ਨਾਵਲ ਰੂਪਧਾਰਾ, ਨਾਵਲਕਾਰ ਜਸਵੰਤ ਸਿੰਘ ਕੰਵਲ। ਕਾਂਡ ਪਹਿਲਾ। ਔਰਤ ਦਾ ਹੁਸਨ ਵੀ ਕੀ ਜਾਦੂ ਏ, ਚੰਗੇ ਭਲੇ ਮਰਦ ਨੂੰ ਦੀਵਾਨਾ ਕਰਕੇ ਰੱਖ ਦਿੰਦਾ ਏ ਤੇ ਉਸਦੇ ਪਿਆਰ ਬਾਰੇ ਕੁਝ ਨਾ ਪੁੱਛੋ, ਬਸ ਮਜਨੂ ਬਣਾ ਕੇ ਛੱਡਦਾ ਏ। ਕਿਉਂ ਬੱਲੋ? ਬੂੜ ਸਿੰਘ ਨੇ ਆਪਣੀ ਸੱਜ ਵਿਆਹੀ ਮਾਲਣ ਦੇ ਡੌਲੇ ਨੂੰ ਮਜ਼ਬੂਤ ਪੰਜੇ ਨਾਲ ਘੁੱਟਿਆ ਹੋਇਆ ਸੀ। ਅੱਜ ਉਹ ਸਾਰੀ ਰਾਤ ਪਿਆਰ ਦੀ ਮਦਹੋਸ਼ੀ ਵਿੱਚ ਕਵਿਤਾ ਕਰੀ ਜਾਣਾ ਚਾਹੁੰਦਾ ਸੀ। ਉਸਦੀ ਬੱਲੋ ਸੰਗ ਵਿੱਚ ਝੇਪਰ ਗਈ। ਪੜ੍ਹੇ ਲਿਖੇ ਗੱਭਰੂ ਅੱਗੇ ਉਸਨੂੰ ਆਪਣਾ ਅਨਪੜ੍ਹ ਹੋਣਾ ਥੋੜ੍ਹਿਆ ਕਰ ਰਿਹਾ ਸੀ, ਪਰ ਉਸਦਾ ਰੰਗ ਮੱਕੀ ਦਾ ਆਟਾ ਸੀ ਜਿਸ ਵਿੱਚ ਸੱਜਰਾ ਸੰਧੂਰ ਘੁਲਿਆ ਹੋਇਆ ਸੀ। ਉਸਦੇ ਨਕਸ਼ ਆਪਣੀ ਆਪਣੀ ਥਾਂ ਜਵਾਨੀ ਦੀ ਕਹਾਣੀ ਕਹਿ ਰਹੇ ਸਨ, ਪਿਆਰ ਦਾ ਹੁੰਗਾਰਾ ਭਰ ਰਹੇ ਸਨ। ਨਿਖਰੀ ਤੇ ਭਰੀ ਚਾਨਣੀ ਵਿੱਚ ਉਸ ਨੂੰ ਬੂੜ ਸਿੰਘ ਸੌਲਾ ਕਾਲਾ ਹੋਣ ਦੇ ਬਾਵਜੂਦ ਖੂਬਸੂਰਤ ਅਤੇ ਪਿਆਰਾ ਲੱਗ ਰਿਹਾ ਸੀ। ਪਿਆਰ ਦੀ ਮਸਤੀ ਹਰ ਕੋਝੇ ਇਸਤਰੀ ਮਰਦ ਨੂੰ ਹਸੀਨ ਬਣਾ ਦਿੰਦੀ ਹੈ। ਮਾਲਣ ਨੇ ਪਤੀ ਪਿਆਰ ਦੀ ਖੁਸ਼ੀ ਨੂੰ ਮਨ ਦੇ ਪਿਛਵਾੜੇ ਲਿਜਾਂਦਿਆਂ ਇੱਕ ਪਲ ਸੋਚਿਆ, ਆਹਾ, ਜੇ ਇਸ ਤਰ੍ਹਾਂ ਹੀ ਬੀਤ ਜਾਵੇ। ਪਰ ਉਸ ਨੂੰ ਕੁਝ ਯਾਦ ਆ ਗਿਆ। ਸਹੁਰੇ ਘਰ ਪੈਰ ਪਾਉਂਦਿਆਂ ਹੀ ਉਸ ਕੁਝ ਦਿਲ ਤੋੜਵੇਂ ਬੋਲ ਸੁਣੇ ਸਨ। ਬੂੜ ਸਿੰਘ ਦੇ ਪਿਤਾ ਦੀ ਖਾਹਿਸ਼ ਸੀ ਕਿ ਨਕਦ ਦਾਜ ਨਾਲ ਮੁੰਡੇ ਦੀ ਪੜ੍ਹਾਈ ਸਮੇਂ ਗਹਿਣੇ ਪਈ ਜ਼ਮੀਨ ਥੋੜ੍ਹੀ ਬਹੁਤੀ ਛੁੱਟ ਜਾਂਦੀ, ਕਿਉਂਕਿ ਮੁੰਡਾ ਪੜ੍ਹਿਆ ਲਿਖਿਆ ਹੋਣ ਕਾਰਨ ਉਸ ਦੀ ਨਜ਼ਰ ਵਿੱਚ ਟੂਮ ਸੀ। ਪਿਤਾ ਨੇ ਮੁੰਡੇ ਨੂੰ ਪੜ੍ਹਾਇਆ ਹੀ ਇਸ ਨੀਅਤ ਨਾਲ ਸੀ ਕਿ ਨੌਕਰੀ ਨਾਲ ਚੰਗੇ ਚੋਖੇ ਦਾਜ ਨੂੰ ਵੀ ਹੱਥ ਮਾਰ ਲਿਆ ਜਾਵੇਗਾ। ਭਾਵੇਂ ਕੁੜੀ ਵਾਲਿਆਂ ਬੜੀ ਸਜ ਧਜ ਨਾਲ ਵਿਆਹ ਕੀਤਾ ਸੀ, ਘੋੜੀ, ਜੋੜੀ, ਕੈਂਠਾ ਅਤੇ 2 ਛਾਂਪਾਂ ਵੀ ਪਾਈਆਂ, ਪਰ ਬਿਰਧ ਦੀ ਖਾਹਿਸ਼ ਪੂਰੀ ਨਹੀਂ ਸੀ ਹੋਈ। ਉਸ ਦੀ ਬੁੜਬੁੜਾਈ ਨਾਇਣ ਰਾਹੀਂ ਮਾਲਣ ਤੱਕ ਪਹੁੰਚ ਗਈ ਸੀ ਤੇ ਉਸ ਦਾ ਅੰਦਰ ਹੁਣ ਕੀ ਹੋਵੇਗਾ ਦੇ ਡਰ ਦੇ ਭਾਵ ਨਾਲ ਲਰਜ਼ਣ ਲੱਗ ਪਿਆ ਸੀ। ਬੂੜ ਸਿੰਘ ਨੇ ਬਿਰਧ ਦੇ ਵੱਟੇ ਮੂੰਹ ਦੀ ਕੱਖ ਪਰਵਾਹ ਨਾ ਕੀਤੀ। ਉਸ ਦੀ ਭੌਰ ਖੁਸ਼ੀ ਆਪਣੇ ਗੁਲਾਬ ਦੁਆਲੇ ਪ੍ਰਕਰਮਾ ਕਰ ਰਹੀ ਸੀ। ਉਸ ਮਾਲਣ ਦਾ ਅਨਪੜ੍ਹ ਹੋਣਾ ਭੋਰਾ ਐਬ ਨਾ ਸਮਝਿਆ। ਉਸ ਦੀਆਂ ਬਾਵਰੀ ਮੁਸਕਾਨਾਂ ਨੇ ਮਨ 'ਚ ਧਾਰ ਲਿਆ ਕਿ ਹੁਸਨਾ ਦੀ ਰਾਣੀ ਨੂੰ ਪੜ੍ਹਾਉਣਾ ਕੀ ਔਖਾ ਹੈ। ਉਹ ਮਾਲਣ ਦੇ ਪਿਆਰ 'ਚ ਕੁਝ ਇਸ ਤਰ੍ਹਾਂ ਘਿਰਿਆ ਰਿਹਾ ਕਿ ਵਿਆਹ ਤੋਂ 6 ਮਹੀਨੇ ਪਿੱਛੋਂ ਤੱਕ ਉਸ ਘਰ ਦੀ ਤੇ ਬਾਹਰ ਦੀ ਇੱਕ ਵੀ ਗੱਲ ਨਾ ਗੌਲੀ। ਪਰ ਬਿਰਧ ਰੇਸ਼ਮ ਦੀ ਕਮੀਜ਼ ਵਿੱਚ ਅਲੇਹਾ ਚੁੰਬੜਿਆ ਹੋਇਆ ਸੀ, ਜਿਹੜਾ ਉੱਠਦਿਆਂ ਬਹਿੰਦਿਆਂ ਰੜਕਦਾ ਰਹਿੰਦਾ। ਮੇਰਾ ਲੱਕ ਟੁੱਟਦਾ ਜਾਂਦਾ ਏ। ਮੈਂ ਕਿੰਨਾ ਕੁ ਚਿਰ ਕਬੀਲਦਾਰੀ ਦਾ ਭਾਰ ਚੁੱਕਾਂਗਾ। ਤੂੰ ਕੁਝ ਕਰ। ਵੈਰੀ ਕਰਦਾ ਤਾਂ ਲਿਫਾਈ ਆਉਂਦਾ ਏ। ਇਹ ਵੀ ਗਲਤ ਸੀ ਕਿ ਬੂੜ ਸਿੰਘ ਘਰ ਦੀ ਨਿੱਘਰਦੀ ਹਾਲਤ ਤੋਂ ਲੰਮਾ ਸਮਾਂ ਅੱਖਾਂ ਮਿੱਟੀ ਰੱਖਦਾ। ਮਾਲਣ ਵੀ ਮੌਕਾ ਤਾੜ ਕੇ ਉਸ ਨੂੰ ਕੋਈ ਨੌਕਰੀ ਲੱਭਣ ਲਈ ਪ੍ਰੇਰਦੀ ਰਹਿੰਦੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੱਸ ਸਹੁਰਾ ਮੈਨੂੰ ਅਤੇ ਮੇਰੇ ਮਾਪਿਆਂ ਨੂੰ ਘੱਟ ਦਾਜ ਬਾਰੇ ਬੁੱਲ ਕੱਢਦੇ ਰਹਿੰਦੇ ਹਨ। ਜਿਵੇਂ ਲੱਕੜ ਨੂੰ ਘੁਣ ਖਾਂਦਾ ਹੈ, ਇਸ ਤਰ੍ਹਾਂ ਹੀ ਪੰਜਾਬ ਦੇ ਜੱਟਾਂ ਦੀਆਂ ਵਿਆਹੀਆਂ ਕੁੜੀਆਂ ਦੇ ਦਿਲ ਨੂੰ ਛੱਡ ਦੇਣ ਦਾ ਡਰ ਅੰਦਰੋਂ ਅੰਦਰ ਨੋਚਦਾ ਰਹਿੰਦਾ ਹੈ। ਮਾਲਣ ਅਨਪੜ੍ਹ ਜ਼ਰੂਰ ਸੀ, ਪਰ ਲੈਣ ਦੇਣ ਅਤੇ ਛੱਡ ਛਡਾਣ ਦੀ ਗੁੰਝਲ ਨੂੰ ਭਲੀ ਭਾਂਤ ਸਮਝਦੀ ਸੀ। ਕਿਸੇ ਵਾਪਰਨ ਵਾਲੀ ਘਟਨਾ ਦਾ ਅਗਾਊਂ ਡਰ ਕਈ ਵਾਰ ਰੋਕਵੀਂ ਸੂਝ ਵਿੱਚ ਬਦਲ ਜਾਂਦਾ ਹੈ। ਕਰੜੀ ਸੇਵਾ ਅਤੇ ਹਰ ਪਲ ਆਗਿਆਕਾਰ ਹੋ ਕੇ ਸੱਸ ਸਹੁਰੇ ਨੂੰ ਕੁਝ ਨਰਮ ਪਾ ਲਿਆ। ਇੱਕ ਦਿਨ ਜੇਰਾ ਕਰਕੇ ਉਸ ਸੱਸ ਸਹੁਰੇ ਦੇ ਸਾਹਮਣੇ ਬੂੜ ਸਿੰਘ ਨੂੰ ਨੌਕਰੀ ਕਰਨ ਬਾਰੇ ਸਿਆਣੇ ਢੰਗ ਨਾਲ ਨਿਹੋਰੇ ਵੀ ਦਿੱਤੇ। ਬੂੜ ਸਿੰਘ ਘਰਦਿਆਂ ਦੀਆਂ ਗੱਲਾਂ ਸੁਣ ਇੱਕ ਤਰ੍ਹਾਂ ਖਿਝ ਗਿਆ। ਤੁਹਾਡਾ ਕੀ ਖਿਆਲ ਹੈ? ਮੈਂ ਨੌਕਰੀ ਜਾਣ ਕੇ ਨਹੀਂ ਕਰਦਾ। 20 ਥਾਈਂ ਦਰਖਾਸਤਾਂ ਭੇਜ ਚੁੱਕਾ ਹਾਂ, ਸਿਫਾਰਿਸ਼ ਬਿਨਾਂ ਕੋਈ ਪੁੱਛੇ ਵੀ। ਉਹ ਆਪਣੀ ਥਾਂ ਅੱਕਿਆ ਹੋਇਆ ਸੀ। ਬਿਰਧ ਆਪਣੀਆਂ ਝੁਰੜੀਆਂ 'ਚੋਂ ਮੁਸਕਰਾਇਆ। ਲਹੂ ਦੀ ਤੇਜ਼ ਰੌਂ ਨੇ ਇੱਕ ਪਲ ਚਿਹਰੇ ਦੇ ਵੱਟ ਪੱਧਰੇ ਕਰ ਦਿੱਤੇ। ਉਸ ਥਾਪੀ ਦਿੰਦਿਆਂ ਆਖਿਆ, ਪੁੱਤਰਾ, ਜਿੱਥੇ ਸੜੀ ਸਿਫਾਰਿਸ਼ ਨਾ ਹੋਵੇ ਉੱਥੇ ਬੱਗਾ ਖੁੱਬੀ ਕੱਢ ਦਿੰਦਾ ਹੈ। ਤੂੰ ਕੋਸ਼ਿਸ਼ ਕਰ,
ਮੈਂ ਘੁਮਾ ਖੰਡ ਹੋਰ ਫੂਕ ਦਿਆਂਗਾ। ਢੇਰ ਚਿਰ ਦੀ ਖੱਜਲ ਖੁਆਰੀ ਪਿੱਛੋਂ ਇੱਕ ਮੋਹਤਮ ਸਾਹਿਬ ਨਾਲ ਠਾਵਾ ਕੀਤੀ ਗਈ। ਪੜ੍ਹਾਈ 'ਚ ਉਹ ਕਾਫੀ ਹੁਸ਼ਿਆਰ ਸੀ, ਡਿਵੀਜ਼ਨ ਵੀ ਉਸ ਕੋਲ ਚੰਗੀ ਸੀ, ਪਰ ਪਹੁੰਚ ਬਿਨਾਂ ਕੰਮ ਅੜਿਆ ਪਿਆ ਸੀ। ਮੋਹਤਮ ਸਾਹਿਬ ਦੇ ਪੈਰ ਫੜਨ ਨਾਲ ਉਸ ਦਾ ਜ਼ਿਲ੍ਹੇਦਾਰੀ ਲਈ ਤੀਰ ਤੁੱਕਾ ਲੱਗ ਗਿਆ। ਮੋਹਤਮ ਸਾਹਿਬ ਨੇ ਉਸ ਨੂੰ ਜੱਟਾਂ ਕਿਸਾਨਾਂ ਨਾਲ ਵਰਤਣਾ ਅਤੇ ਜ਼ਿਲ੍ਹੇਦਾਰੀ ਦੇ ਗੁਰ ਅਸੂਲ ਸਮਝਾ ਦਿੱਤੇ। ਉਸ ਮੋਹਤਮ ਨੇ ਐਸੀ ਨੂੰ ਕਹਿ ਕੇ ਬੂੜ ਸਿੰਘ ਨੂੰ ਆਪਣੇ ਹੇਠਾਂ ਲੈ ਲਿਆ। ਇਸ ਤਰ੍ਹਾਂ ਉਹ ਲੋੜ ਗੋਚਰਾ ਤਿੱਖਾ ਵੀ ਹੋ ਗਿਆ। ਉਹ ਜਾਣ ਗਿਆ ਸੀ ਕਿ ਆਪਣੇ ਕੰਮ ਵਿੱਚ ਮਾਹਰ ਹੋਣ ਨਾਲੋਂ ਉਤਲੇ ਅਫਸਰਾਂ ਨੂੰ ਖੁਸ਼ ਰੱਖਣਾ ਵਧੇਰੇ ਜ਼ਰੂਰੀ ਹੈ। ਮੋਗਿਆਂ ਦੇ ਉੱਚੇ ਨੀਵੇਂ ਕਰਨ ਅਤੇ ਸੂਈਆਂ 'ਚ ਠੋਕਰਾਂ ਲਾਉਣ ਪੁੱਟਣ ਨਾਲ ਜਿਹੜੀ ਰਿਸ਼ਵਤ ਜੱਟਾਂ ਕਿਸਾਨਾਂ ਤੋਂ ਮਿਲਦੀ, ਉਸ ਐਸਡੀਓ ਅਤੇ ਮੋਹਤਮ ਸਾਹਿਬ ਨੂੰ ਉਹਨਾਂ ਦੇ ਹਿੱਸੇ ਅਨੁਸਾਰ ਭੇਜਣੀ ਸ਼ੁਰੂ ਕਰ ਦਿੱਤੀ, ਕਿਉਂਕਿ ਉਸ ਨੂੰ ਕਾਮਯਾਬੀ ਰਿਸ਼ਵਤ ਨੇ ਹੀ ਦਿੱਤੀ ਸੀ। ਇਸ ਲਈ ਵੱਡੀ ਲੈਣਾ ਤੇ ਦੇਣਾ ਉਸ ਲਈ ਗੁਨਾਹ ਤੇ ਦੋਸ਼ ਬਿਲਕੁਲ ਨਾ ਰਿਹਾ। ਇਸੇ ਕਾਰਨ ਉਹ ਖੁਨਾਮੀਆਂ ਕਰ ਜਾਣ ਵਿੱਚ ਦਲੇਰ ਜ਼ਿਲ੍ਹੇਦਾਰ ਗਿਣਿਆ ਜਾਣ ਲੱਗਾ। ਇੱਕ ਰਾਤ ਉਸ ਮੋਟੀ ਰਿਸ਼ਵਤ ਨਾਲ ਸੂਏ 'ਚ ਕੱਟ ਕਰਵਾ ਦਿੱਤਾ ਤੇ ਅਗਲੀ ਸਵੇਰ ਰਿਪੋਰਟ ਭੇਜ ਦਿੱਤੀ ਕਿ ਬੰਨੀ ਕਮਜ਼ੋਰ ਸੀ, ਚੂਹੇ ਦੀ ਖੱਡ ਸਦਕਾ ਪਾੜ ਚੌੜਾ ਹੋ ਗਿਆ, ਪਰ ਲਾਗਲੇ ਚੱਕ ਦੀ ਸਹਾਇਤਾ ਨਾਲ ਬੰਦ ਕਰ ਲਿਆ। ਪਾਣੀ ਦਾ ਖਾਸ ਨੁਕਸਾਨ ਨਹੀਂ ਹੋਇਆ। ਉਤਲੇ ਅਫਸਰ ਮਾਈ ਬਾਪ ਸਨ। ਉਹ ਸਮਝਦੇ ਸਨ ਕਿ ਰਿਪੋਰਟ ਦੇ ਨਾਲ ਬੱਗਾ ਵੀ ਆਉਣ ਵਾਲਾ ਹੈ। ਬੂੜ ਸਿੰਘ ਨੇ ਠਾਠ ਨਾਲ ਜ਼ਿਲ੍ਹੇਦਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਦਿਨ ਫੇਰਨੇ ਆਰੰਭ ਕਰ ਦਿੱਤੇ। ਬਿਰਧ ਦੇ ਦਿਮਾਗ 'ਚ ਨਹੀਂ ਆ ਸਕਦੀ ਸੀ ਕਿ ਮੇਰਾ ਮੁੰਡਾ ਕਦੇ ਜ਼ਿਲ੍ਹੇਦਾਰ ਬਣੇਗਾ। ਹੁਣ ਉਹ ਕਰਜ਼ਈ ਹੋਣ ਉਪਰੰਤ ਚਿੱਟੀ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਫਲੇ 'ਚ ਬੈਠੇ ਸਾਥੀ ਬਿਰਧਾਂ ਦਾ ਸਰਦਾਰ ਸਮਝਦਾ ਸੀ। ਅਵਿਦਤ ਮਨੁੱਖ ਆਸ ਤੋਂ ਵੱਧ ਕਾਮਯਾਬ ਹੋ ਜਾਣ ਤੇ ਵਾਹਿਗੁਰੂ ਦੀ ਕਿਰਪਾ ਜਾਂ ਕਿਸੇ ਘਰ ਦੇ ਜੀ ਦੇ ਭਾਗ ਸਮਝਦਾ ਹੈ। ਘਰ ਦੇ ਤਿੰਨਾਂ ਜੀਆਂ 'ਚ ਮਾਲਣ ਹੀ ਚੌਥਾ ਨਵਾਂ ਜੀ ਰਲ ਗਈ ਸੀ ਤੇ ਹੁਣ ਉਹ ਕੁਦਰਤ ਦੀ ਸਹਾਇਤਾ ਨਾਲ ਕਿਸਮਤ ਦੀ ਧਨੀ ਸਮਝੀ ਜਾਣ ਲੱਗੀ। ਸੱਸ ਸਹੁਰੇ ਦੀਆਂ ਨਜ਼ਰਾਂ 'ਚ ਹੁਣ ਉਸ ਦਾ ਸਤਿਕਾਰ ਵੱਧ ਗਿਆ। ਇਸ ਵਿੱਚ ਤਾਂ ਸ਼ੱਕ ਨਹੀਂ ਸੀ, ਬੂੜ ਸਿੰਘ ਮਾਲਣ ਨੂੰ ਬੇਹੱਦ ਚਾਹੁੰਦਾ ਸੀ। ਜੇਕਰ ਉਸ ਘਰ ਦਾ ਕਰਜ਼ਾ ਲਾਉਣ ਵਿੱਚ ਸਹਾਇਤਾ ਕਰਨੀ ਸੀ ਤਦ ਮਾਲਣ ਦੀ ਮਰਜ਼ੀ ਅਵੱਸ਼ ਹੀ ਪ੍ਰਧਾਨ ਹੋਣੀ ਸੀ। ਇਸ ਕਾਰਨ ਘਰ ਵਿੱਚ ਮਾਲਣ ਦੀ ਅਹਿਮੀਅਤ ਵੱਧ ਗਈ। ਬਿਰਧ ਜੋ ਨੂੰਹ ਨੂੰ ਵੇਖ ਕੇ ਮੱਥੇ ਨੂੰ ਕਰੂਬ ਬਣਾ ਲੈਂਦਾ ਸੀ, ਪੁੱਤਰੀ ਪੁੱਤਰੀ ਆਖਦਾ ਥੱਕਦਾ ਨਹੀਂ ਸੀ। ਖੁਦਗਰਜ਼ੀ ਜਿਹੜੀ ਕਮਜ਼ੋਰ ਆਰਥਿਕਤਾ ਦੀ ਦੇਣ ਹੈ, ਸਮੇਂ ਦੀ ਲੇਪ ਨਾਲ ਢੀਠਤਾ ਵਿੱਚ ਬਦਲ ਜਾਂਦੀ ਹੈ। ਮਾਲਣ ਇਸ ਖੁਸ਼ਾਮਦ ਤੋਂ ਨੌ ਜਾਣੂ ਸੀ, ਪਰ ਉਸ ਨੂੰ ਆਪਣੇ ਪਿਆਰੇ ਦਾ ਵਿਛੋੜਾ ਚੰਨ ਦੀਆਂ ਰਿਸ਼ਮਾਂ ਨਾਲ ਪਿੰਜ ਜਾਂਦਾ। ਲੰਮੇ ਹੌਕਿਆਂ ਪਿੱਛੋਂ ਸ਼ੱਕਾਂ ਡਾਇਣਾ ਦਾ ਰੂਪ ਧਾਰਨ ਕਰ ਲੈਂਦੀਆਂ। ਇੱਕ ਗੁਲਾਮ ਸਮਾਜ ਵਿੱਚ ਮਾਲਣ ਵਰਗੀ ਔਰਤ ਦਾ ਸ਼ੱਕੀ ਹੋ ਜਾਣਾ ਐਨ ਕੁਦਰਤੀ ਹੁੰਦਾ ਹੈ। ਅਵਿਦਤ ਮਨੁੱਖ ਨੇੜੇ ਵਾਪਰੀਆਂ ਘਟਨਾਵਾਂ ਜਾਂ ਜ਼ਾਤੀ ਤਜਰਬੇ ਤੋਂ ਸਿੱਖਦਾ ਹੈ। ਉਹੀ ਵਿਚਾਰ ਮੁੜ ਉਸ ਦਾ ਅਮਲ ਬਣ ਜਾਂਦੇ ਹਨ। ਮੱਧ ਵਰਗੀ ਮਰਦ ਦੀ ਦੂਰੀ ਕਈ ਵਾਰ ਔਰਤ ਦੇ ਰੰਗੀਨ ਸੁਪਨਿਆਂ ਨੂੰ ਖੇਰੂ ਕਰ ਜਾਂਦੀ ਹੈ। ਉਹ ਮਰਦ ਜਿਹੜਾ ਮੁਸਕਾਨਾਂ ਦਾ ਜਵਾਬ ਖਾਮੋਸ਼ੀ ਵਿੱਚ ਹੀ ਪੀ ਜਾਂਦਾ ਹੈ, ਹੰਝੂਆਂ ਉੱਤੇ ਮੱਥਾ ਸਕੋੜ ਲੈਂਦਾ ਹੈ, ਔਰਤ ਦੀ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੰਦਾ ਹੈ, ਸੱਚ ਬਣਾ ਦਿੰਦਾ ਹੈ। ਬੂੜ ਸਿੰਘ ਜ਼ਿਲ੍ਹੇਦਾਰ ਹੋ ਕੇ ਇੱਕ ਵਾਰ ਹੀ ਨਵੀਂ ਦੁਨੀਆ 'ਚ ਆ ਗਿਆ। ਪਹਿਲੀ ਕੁਦਰਤੀ ਤਬਦੀਲੀ ਉਸ ਆਪਣੇ ਵਿਆਹ ਸਮੇਂ ਅਨੁਭਵ ਕੀਤੀ ਸੀ, ਪਰ ਇਸ ਤਬਦੀਲੀ ਨਾਲ ਉਹ ਇੱਕਦਮ ਉੱਚਿਆਂ ਚੁੱਕਿਆ ਗਿਆ। ਕਈ ਵਾਰ ਉਸ ਨੂੰ ਆਪੂ ਯਕੀਨ ਨਹੀਂ ਸੀ ਆਉਂਦਾ ਕਿ ਮੈਂ ਜ਼ਿਲ੍ਹੇਦਾਰ ਹੋ ਗਿਆ ਹਾਂ, ਪਰ ਥੋੜ੍ਹੇ ਸਮੇਂ ਪਿੱਛੋਂ ਹੀ ਉਸ ਨੂੰ ਇੱਕ ਨਵੀਂ ਸ਼ਾਖ ਉੱਤੇ ਲਾ ਦਿੱਤਾ। ਪਹਿਲਾ ਅਤੇ ਨਵਾਂ ਚਾਰਜ ਲੈਣ ਪਿੱਛੋਂ ਇਲਾਕੇ ਦੇ ਪਟਵਾਰੀ ਉਸ ਨੂੰ ਸਤਿ ਸ਼੍ਰੀ ਅਕਾਲ ਆਖਣ ਆਏ। ਅਗਲੇ ਦਿਨ ਇੱਕ ਸਰਦਾਰ ਲਵੇਰੀ ਮੱਝ ਲੈ ਆਇਆ। ਉਸ ਨਵਾਂ ਹੋਣ ਕਾਰਨ ਲਵੇਰੀ ਲੈਣੋਂ ਨਾ ਕਰ ਦਿੱਤੀ, ਪਰ ਸਰਦਾਰ ਨੇ ਹਾਸਦਿਆਂ ਆਖਿਆ, ਸਰਦਾਰ ਜੀ ਮੱਝ ਮੋੜੋ ਨਾ, ਤੁਸੀਂ ਨਵੇਂ ਆਏ ਹੋ। ਪਟਵਾਰੀ ਤੋਂ ਪਤਾ ਲੱਗਾ ਤੁਹਾਡਾ ਪਿੰਡ ਵੀ ਇੱਥੋਂ ਡਾਢੀ ਦੂਰ ਏ। ਭਲਾ ਆਪਾਂ ਜ਼ਿਮੀਂਦਾਰਾਂ ਨੂੰ ਦੁੱਧ ਬਿਨਾਂ ਕਿਸ ਤਰ੍ਹਾਂ ਤਰ ਸਕਦਾ ਏ? ਤੁਸੀਂ ਅਫਸਰ ਥੋੜੋ, ਤੁਸੀਂ ਤਾਂ ਸਾਡੇ ਭਰਾ ਹੋ।
ਅਸੀਂ ਤੁਹਾਨੂੰ ਦੁੱਧ ਬਿਨਾ ਕਿਵੇਂ ਵੇਖ ਸਕਦੇ ਹਾਂ? ਜ਼ਿਲ੍ਹੇਦਾਰ ਨਵਾਂ ਸੀ, ਤਜਰਬਾ ਕੋਈ ਨਹੀਂ ਸੀ, ਪਰ ਸਰਦਾਰ ਪਤਾ ਨਹੀਂ ਕਿੰਨੇ ਜ਼ਿਲ੍ਹੇਦਾਰਾਂ ਨਾਲ ਵਰਤ ਚੁੱਕਾ ਸੀ। ਉਸ ਬੂੜ ਸਿੰਘ ਨੂੰ ਹਰ ਪਾਸਿਓਂ ਵੜ ਲਿਆ ਤੇ ਜ਼ਿਲ੍ਹੇਦਾਰ ਨੂੰ ਮੱਝ ਰੱਖਣੀ ਹੀ ਪੈ ਗਈ। ਸਰਦਾਰ ਦੇ ਮੋਗੇ ਤੋਂ ਅਗਲਾ ਮੋਗਾ ਕਈ ਮੁਰੱਬਿਆਂ ਦੇ ਮਾਲਕ ਮੁਮਤਾਜ਼ ਖਾਨ ਨੂੰ ਪੈਂਦਾ ਸੀ। ਜਦ ਉਸ ਨੂੰ ਲਵੇਰੀ ਗਈ ਦਾ ਪਤਾ ਲੱਗਾ, ਉਸ ਪਟਵਾਰੀ ਰਾਹੀਂ ਜ਼ਿਲ੍ਹੇਦਾਰ ਦੇ ਚੜ੍ਹਨ ਲਈ ਘੋੜੀ ਭੇਜ ਦਿੱਤੀ। ਭਾਵੇਂ ਦੌਰਿਆਂ ਉੱਤੇ ਜਾਣ ਲਈ ਜ਼ਿਲ੍ਹੇਦਾਰ ਨੂੰ ਘੋੜੀ ਦੀ ਸਖਤ ਲੋੜ ਸੀ, ਪਰ ਉਸ ਖਾਨ ਦੀ ਘੋੜੀ ਮੋੜ ਘੱਲੀ। ਉਸ ਇੱਕ ਪਟਵਾਰੀ ਦੀ ਅਧੋਰਾਣੀ ਘੋੜੀ ਗਿਰਦਾਵਰੀ ਕਰਨ ਲਈ ਲੈ ਲਈ। ਜਦ ਉਹ ਗਿਰਦਾਵਰੀ ਕਰਦਾ ਖਾਨ ਦੇ ਚੱਕ ਆਇਆ, ਤਦ ਖਾਨ ਨੇ ਉਸ ਨੂੰ ਰੋਟੀ ਵਰਜੀ। ਖਾਨ ਨੇ ਆਪਣੀ ਨਵਾਬਾਂ ਵਰਗੀ ਬੈਠਕ 'ਚ ਬਹਾਂਦਿਆਂ ਪੁੱਛਿਆ, ਸਰਦਾਰ ਜੀ, ਮੇਰਾ ਕਸੂਰ? ਤੁਸਾਂ ਮੁੜ ਘੋੜੀ ਕਿਉਂ ਮੋੜ ਘੱਲੀ? ਆ ਟੁੱਟੀ ਜੀ ਟਾਇਰ ਤੁਹਾਡੀ ਅਫਸਰਾਂ ਦੀ ਸ਼ਾਨ ਦੇ ਛਾਇਆ ਨਹੀਂ। ਅੱਜ ਤੁਹਾਨੂੰ ਘੋੜੀ ਲੈ ਕੇ ਹੀ ਜਾਣਾ ਪੈ ਸੀ। ਬੰਦਾ ਹਰ ਤਰ੍ਹਾਂ ਦੀ ਖਿਦਮਤ ਲਈ ਹਾਜ਼ਰ ਹੈ ਬਾਦਸ਼ਾਹੋ। ਖਾਨ ਦੀ ਆਓ ਭਗਤ ਤੇ ਮਿੱਠੇ ਵਰਤਾਰੇ ਨਾਲ ਜ਼ਿਲ੍ਹੇਦਾਰ ਉਸ ਦੀ ਆਸ ਤੋਂ ਵੀ ਪਹਿਲਾਂ ਮੋਹਿਆ ਗਿਆ। ਖਾਨ ਨੇ ਰਾਤ ਨੂੰ ਸ਼ਰਾਬ ਪੇਸ਼ ਕੀਤੀ। ਬੂੜ ਸਿੰਘ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਪੀ ਰਿਹਾ ਸੀ। ਇੱਕ ਦੋ ਵਾਰ ਉਸ ਨਾ ਨੁੱਕਰ ਸੱਚੇ ਦਿਲੋਂ ਕੀਤੀ, ਪਰ ਖਾਨ ਦੀ ਹਲੀਮੀ ਅਤੇ ਪਿਆਰ ਅੱਗੇ ਉਸ ਦੀ ਪੇਸ਼ ਨਾ ਗਈ। ਅਸਲ ਵਿੱਚ ਉਹ ਖੰਗਰ ਖਾਨ ਦੇ ਪ੍ਰਭਾਵ ਅਤੇ ਠਾਠ ਅੱਗੇ ਮਲੂਕੜਾ ਜਿਹਾ ਹੋ ਕੇ ਰਹਿ ਗਿਆ। ਪਹਿਲੀ ਵਾਰ ਪੀਂਦਿਆਂ ਬੂੜ ਸਿੰਘ ਨੂੰ ਧੁਰਤੜੀ ਆਈ, ਪਰ ਉਹ ਸੁਸਾਇਟੀ ਦੇ ਇਮਤਿਹਾਨ ਮੂੰਹ ਆਇਆ ਇਸ ਤਰ੍ਹਾਂ ਦੀਆਂ ਤਲਖੀਆਂ ਪੀ ਗਿਆ। ਜਦ ਉਸ ਨੂੰ ਸਰੂਰ ਆਇਆ, ਖਾਨ ਨੇ ਉਸ ਨਾਲ ਹੱਥ ਮਿਲਾਇਆ। ਸਿੱਖ ਔਰ ਮੁਸਲਮਾਨ ਦਿਲ ਦੇ ਦੁੱਧ ਹੁੰਦੇ ਨਹੀਂ, ਅਸੀਂ ਵਫਾਦਾਰ ਦੋਸਤ ਵੀ ਬਣ ਸਕਨੇ ਹਾਂ। ਬਿਲਕੁਲ, ਤਨੋ ਮਨੋ ਤੇ ਧਨੋ ਜੀ। ਜ਼ਿਲ੍ਹੇਦਾਰ ਨੇ ਖਾਨ ਦਾ ਮਜ਼ਬੂਤੀ ਨਾਲ ਹੱਥ ਘੁੱਟ ਲਿਆ। ਉਸ ਸੰਜ ਨੂੰ ਖੱਦਰ ਦੇ ਕੱਪੜੇ ਵਾਂਗ ਵਗਾ ਮਾਰਿਆ ਅਤੇ ਰੇਸ਼ਮੀ ਮੁਸਕਾਨਾਂ 'ਚ ਲਹਿਰਾਈ ਜਾ ਰਿਹਾ ਸੀ। ਬਾਹਰ ਖਲੋਤੇ ਇੱਕ ਹੰਢੇ ਹੋਏ ਪਟਵਾਰੀ ਨੇ ਅੰਦਾਜ਼ਾ ਲਾਇਆ, ਮੁੰਡਾ ਕੱਚਾ ਹੀ ਏ, ਜਿੱਧਰ ਵੀ ਲਾਰੇ ਲਾਓ ਲੱਗ ਜਾਵੇਗਾ। ਨਸ਼ੇ ਦੀ ਲੋਰ ਵਿੱਚ ਸਰਦਾਰ ਨੇ ਮਾਲਣ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਜਦ ਉਹ ਜ਼ਿਲ੍ਹੇਦਾਰ ਲੱਗਾ ਸੀ, ਉਸ ਸਮੇਂ ਇਕੱਲਾ ਹੋਣ ਕਰਕੇ ਉਹਦੀ ਰੋਟੀ ਸੀਤਾਰਾਮ ਕਲਰਕ ਦੇ ਘਰੋਂ ਆਉਂਦੀ ਸੀ। ਸੀਤਾਰਾਮ ਉੱਤੇ ਉਸ ਨੂੰ ਇੱਕ ਖਾਰ ਆਉਂਦੀ, ਕਿਉਂਕਿ ਉਸਦੀ ਘਰਵਾਲੀ ਸ਼ਕੁੰਤਲਾ 8 ਜਮਾਤਾਂ ਪੜ੍ਹੀ ਹੋਣ ਕਰਕੇ ਜਾਸੂਸੀ ਨਾਵਲ ਪੜ੍ਹ ਲੈਂਦੀ ਸੀ, ਜਿਨ੍ਹਾਂ ਉੱਤੇ ਉਸ ਸ਼ਕੁੰਤਲਾ ਦਾ ਨਾਂ ਲਿਖਿਆ ਆਪ ਪੜ੍ਹਿਆ ਸੀ। ਉਸ ਦੇ ਖੂਬਸੂਰਤ ਬੱਚੇ ਫਰਾਕਾਂ ਪਾਈ ਲਾਨ 'ਚ ਖੇਡਿਆ ਕਰਦੇ ਸਨ। ਉਸ ਸ਼ਕੁੰਤਲਾ ਨੂੰ ਸੱਭਿਅਤਾ ਨਾਲ ਗੱਲਬਾਤ ਕਰਦਿਆਂ ਸੁਣਿਆ ਸੀ। ਉਸ ਅੰਦਰ ਹਸਰਤ ਨੇ ਪਸਲੇਟਾਂ ਮਾਰਿਆ, ਜੇ ਮਾਲਣ ਵੀ ਪੜ੍ਹੀ ਹੁੰਦੀ, ਜ਼ਿੰਦਗੀ ਦਾ ਸਵਾਦ ਆ ਜਾਣਾ ਸੀ। ਉਸ ਮਨ 'ਚ ਧਾਰੀ ਕਿ ਮੈਂ ਘੱਟ ਤੋਂ ਘੱਟ ਉਸ ਨੂੰ ਪੰਜਾਬੀ ਜ਼ਰੂਰ ਪੜ੍ਹਾਵਾਂਗਾ। ਮਾਲਣ ਨੇ ਆਪਣੇ ਸਰਦਾਰ ਕੋਲ ਆ ਕੇ ਅਤ ਚੰਗੇ ਦਿਨ ਮਾਣੇ ਸਨ, ਇੰਨੇ ਚੰਗੇ ਕਿ ਉਹ ਖਿਆਲ ਵੀ ਨਹੀਂ ਸੀ ਕਰ ਸਕਦੀ। ਉਸ ਦਾ ਸੌਲਾ ਸਰਦਾਰ ਦਿਨੋਂ ਦਿਨ ਕਿੰਨਾ ਹਸੀਨ ਹੁੰਦਾ ਜਾ ਰਿਹਾ ਸੀ। ਨਹਿਰ ਦੀ ਕੋਠੀ ਸੁਭਾਵਕ ਆਵਾਜ਼ ਨੂੰ ਹੀ ਸੰਗੀਤ ਭਰੀਆਂ ਥਰਾਣਾ ਬਖਸ਼ਦੀ। ਲਾਨ ਦੇ ਫੁੱਲ ਮਚਲ-ਮਚਲ ਮੁਸਕਾਉਂਦੇ ਸਨ। ਨਹਿਰ ਦੇ ਰਵਾਂ-ਰਵੀਂ ਵਗਦੇ ਪਾਣੀ ਵਿੱਚ ਲਿਸ਼ਕਵੀਂ ਸੀਤਲਤਾ ਸੀ। ਹਰ ਰੂਪ ਖੂਬਸੂਰਤ, ਉਸ ਦਾ ਹਰ ਨਕਸ਼ ਪਿਆਰ ਦੀ ਸੱਜਰੀ ਮੋਹਰ ਨਾਲ ਮਦਹੋਸ਼ ਹੋਇਆ ਪਿਆ ਸੀ। ਉਹ ਇੰਤਜ਼ਾਰ, ਜਦ ਉਸ ਦਾ ਸਰਦਾਰ ਦੌਰੇ ਚਲਿਆ ਜਾਂਦਾ, ਬੇਕਰਾਰੀ 'ਚ ਧੜਕਾਉਂਦੀ ਕਿੰਨੀ ਪੈਰੀ ਲੱਗਦੀ ਹੈ। ਅਪਾਰ ਖੁਸ਼ੀ ਅਤੇ ਅਪਾਰ ਪਿਆਰ ਦੇ ਸਾਗਰ 'ਚ ਡੁੱਬਦਿਆਂ ਜਦ ਉਹ ਸਾਹ ਲੈਣ ਲਈ ਉੱਪਰਲੀ ਸਤ੍ਹਾ 'ਤੇ ਆਉਂਦੀ, ਮਨ ਦੇ ਪਿਛਵਾੜੇ ਝਾਤ ਮਾਰਨ ਲਈ ਮਜਬੂਰ ਹੋ ਜਾਂਦੀ। ਪਰਛਾਵੇਂ ਆਕਾਰ ਬਣ ਕੇ ਅੱਗੇ ਆਉਂਦੇ। ਫਰਜ਼ ਆਖਦੇ, ਬੇਪਰਵਾਹ ਸਮੇਂ ਰੁਕ ਵੀ ਜਾ। ਸਭ ਤੋਂ ਵੱਡਾ ਪਰਛਾਵਾਂ ਜਿਹੜਾ ਮੂੰਹ ਪਾੜ ਕੇ ਬੋਲ ਵੀ ਪੈਂਦਾ, ਉਸਦੇ ਸਹੁਰੇ ਦਾ ਸੀ। ਗੱਡੀ ਚੜਾਉਂਦਿਆਂ ਬੜੀ ਨਿਮਰਤਾ, ਪਿਆਰ ਅਤੇ ਰੰਝਾਣੀ ਹਾਲਤ ਵਿੱਚ ਉਸ ਕਿਹਾ ਸੀ, ਪੁੱਤਰੀ, ਅਸੀਂ ਬਿਰਧ ਹੁਣ ਤੇਰੇ ਆਸਰੇ ਹੀ ਹਾਂ। ਤੂੰ ਹੀ ਘਰ ਦਾ ਅਤੇ ਗਹਿਣੇ ਪਈ ਜ਼ਮੀਨ ਦਾ ਖਿਆਲ ਰੱਖਣਾ ਏ। ਅਸੀਂ ਪਤਾ ਨਹੀਂ ਕਿਹੜੇ ਸਿਆਲ ਅੱਖਾਂ ਮੀਟ ਜਾਈਏ, ਪਰ ਪੁੱਤਰੀ, ਸਾਨੂੰ ਮਰਨ ਤੋਂ ਅੱਗੋਂ ਸਰਖਰੂ ਜ਼ਰੂਰ ਕਰ ਦੇਣਾ। ਮਾਲਣ ਨੂੰ ਉਦੋਂ ਬੜਾ ਗੁੱਸਾ ਆਇਆ ਸੀ ਕਿ ਇਹ ਉਹੀ ਬੁੱਢਾ ਏ ਜਿਹੜਾ ਦਾਜ ਦੀਆਂ 4 ਕੌਡਾਂ ਨਾ ਮਿਲਣ ਪਿੱਛੇ ਮੈਨੂੰ ਛੱਡ ਦੇਣ ਦੀਆਂ ਸਲਾਹਾਂ ਦਿੰਦਾ ਸੀ।
ਜਦ ਬੂੜ ਨੇ ਬਿਰਧ ਦੀ ਇੱਕ ਨਹੀਂ ਸੀ ਮੰਨੀ, ਉਸ ਸਮੇਂ ਉਹ ਮਾਲਣ ਲਈ ਕਿੰਨਾ ਸਤਿਕਾਰਯੋਗ, ਸ਼ੀਲ ਤੇ ਪ੍ਰੇਮੀ ਮਰਦ ਹੋ ਗਿਆ ਸੀ। ਪਰ ਹੁਣ ਉਹ ਬਿਰਧ ਦੇ ਹੰਝੂਆਂ ਉੱਤੇ ਸੱਚੇ ਦਿਲੋਂ ਪਸੀਜ ਗਈ, ਜਿਵੇਂ ਬੁੱਢਾ ਵੀ ਬੇਵੱਸ ਸੀ। ਅਜਿਹੇ ਖਿਆਲ ਜਦ ਉਸ ਦੀ ਯਾਦਵਾੜੀ ਵਿੱਚੋਂ ਪ੍ਰਵਾਸ ਕਰਦੇ, ਉਹ ਉਹਨਾਂ ਬਾਰੇ ਸੋਚਣ ਅਤੇ ਅਮਲ ਕਰਨ ਲਈ ਕਾਹਲੀ ਪੈ ਜਾਂਦੀ। ਉਹ ਘਰ ਦਾ ਸਾਰਾ ਕਰਜ਼ਾ ਲੁਹਾ ਕੇ ਸੁਘੜ ਨੂੰਹ ਬਣਨਾ ਚਾਹੁੰਦੀ ਸੀ ਤੇ ਦਿਨੋਂ ਦਿਨ ਉਹ ਆਪਣੇ ਯਤਨਾਂ ਵਿੱਚ ਕਾਮਯਾਬ ਹੁੰਦੀ ਜਾ ਰਹੀ ਸੀ। ਸਿਵਾਏ ਕੱਪੜਿਆਂ ਆਦਿ ਦੇ ਖਰਚ ਦੇ ਬਾਕੀ ਸਭ ਚੀਜ਼ਾਂ ਉਹਨਾਂ ਨੂੰ ਆਪਣੇ ਆਪ ਕੋਠੀ ਪਹੁੰਚ ਜਾਂਦੀਆਂ ਸਨ। ਹਾੜੀ ਸੌਣੀ, ਦਾਣੇ ਅਤੇ ਤੂੜੀ ਟਾਂਡੇ ਉਹਨਾਂ ਤੋਂ ਸਾਂਭੇ ਨਹੀਂ ਸਨ ਜਾਂਦੇ। ਤਨਖਾਹ ਅਤੇ ਉਤਲੀ ਆਮਦਨ ਪਾ ਕੇ ਪਹਿਲੇ ਸਾਲ ਉਹਨਾਂ ਕੁੱਲ ਕਰਜ਼ੇ ਦਾ ਤਿਹਾਈ ਲਾ ਦਿੱਤਾ। ਬੂੜ ਸਿੰਘ ਦੇ ਪਿਤਾ ਉੱਤੇ ਮੁੜ ਕੇ ਜਵਾਨੀ ਆ ਗਈ। ਉਹ ਸਮਝ ਰਿਹਾ ਸੀ ਨੂੰਹ ਨੇ ਮੁੰਡੇ ਨੂੰ ਚੰਗਾ ਕਾਬੂ ਕੀਤਾ ਹੈ, ਪਰ ਬੂੜ ਸਿੰਘ ਬਾਪ ਦਾ ਕਰਜ਼ਾਈ ਰਹਿਣਾ ਸੁਸਾਇਟੀ 'ਚ ਆਪਣੀ ਹੱਦ ਤੱਕ ਸਮਝਦਾ ਸੀ। ਉਹ ਆਪਣੇ ਅਮਲੇ 'ਚ ਛੇਤੀ ਤੋਂ ਛੇਤੀ ਖਾਨਦਾਨੀ ਘਰ ਦਾ ਜ਼ਿਲ੍ਹੇਦਾਰ ਅਖਵਾਉਣਾ ਚਾਹੁੰਦਾ ਸੀ। ਇੱਜ਼ਤ ਮਾਣ ਦੇ ਪੱਖ ਤੋਂ ਉੱਚੀਆਂ ਉੱਠਣ ਦੀ ਖਾਹਿਸ਼ ਕੁਦਰਤੀ ਹੈ, ਪਰ ਇਸ ਨੂੰ ਹਾਸਲ ਕਰਨ ਦੇ ਤਰੀਕੇ ਗੈਰ ਕੁਦਰਤੀ ਹੀ ਨਹੀਂ, ਅਣਮਨੁੱਖੀ ਵੀ ਅਪਣਾਏ ਜਾਂਦੇ ਹਨ। ਛੇਤੀ ਉੱਚੀਆਂ ਉੱਠਣ ਵਿੱਚ ਜ਼ਿਲ੍ਹੇਦਾਰ ਲਈ ਖਾਨ ਦੀ ਯਾਰੀ ਬੜੀ ਵਫਾਦਾਰ ਸਾਬਤ ਹੋਈ। ਸਾਰੇ ਇਲਾਕੇ 'ਚ ਉਸ ਦਾ ਰੋਹਬ ਸੀ। ਉਹ ਰੱਜਵਾਂ ਪਾਣੀ ਲਾਉਂਦਾ ਸੀ। ਖਾਨ ਦੀ ਯਾਰੀ ਕਾਰਨ ਕਿਸੇ ਗਰੀਬ ਕਿਸਾਨ ਨੂੰ ਹਿੰਮਤ ਨਹੀਂ ਸੀ ਪੈਂਦੀ ਕਿ ਜ਼ਿਲ੍ਹੇਦਾਰ ਨੂੰ ਉਤਲੇ ਅਫਸਰਾਂ ਕੋਲ ਰਿਸ਼ਵਤਖੋਰ ਸਾਬਤ ਕਰੇ। ਅਨਪੜ੍ਹ ਕਿਸਾਨਾਂ ਨੂੰ ਸ਼ਿਕਾਇਤ ਕਰਨ ਦਾ ਵੱਲ ਵੀ ਨਹੀਂ ਸੀ। ਵੱਧ ਤੋਂ ਵੱਧ ਉਹਨਾਂ ਦਾ ਵਾਹ ਸਾਲ ਪਿੱਛੋਂ ਮੌਤਮ ਸਾਹਿਬ ਨਾਲ ਪੈਂਦਾ ਸੀ, ਜਿਹੜਾ ਕਿ ਜ਼ਿਲ੍ਹੇਦਾਰਾਂ ਦਾ ਮਜ਼ਬੂਤ ਕਿਲਾ ਸੀ। ਇਹ ਜ਼ਮਾਨਾ ਸ਼ਿਕਵੇ ਸ਼ਿਕਾਇਤਾਂ ਦਾ ਘੱਟ ਅਤੇ ਰਿਸ਼ਵਤ, ਸਿਫਾਰਿਸ਼ ਤੇ ਮਿੰਨਤ ਸਮਾਜਤ ਦਾ ਬਹੁਤਾ ਸੀ। ਗੁਲਾਮੀ ਦੇ ਇਹ ਮੋਟੇ-ਮੋਟੇ ਲੱਛਣ ਸਨ 1925-26 ਵਿੱਚ ਪੰਜਾਬ ਦੀਆਂ ਨਵੀਆਂ ਬਾਰਾਂ ਵਿੱਚ ਪ੍ਰਤੱਖ ਪਾਏ ਜਾਂਦੇ ਸਨ। ਗੰਦੇ ਨਿਜ਼ਾਮ ਵਿੱਚ ਅਣਮਨੁੱਖੀ ਤਰੀਕੇ ਦੀ ਯਾਰੀ ਜਿੱਥੇ ਵਫਾ ਪੂਰਦੀ ਹੈ, ਉੱਥੇ ਜ਼ਿੰਦਗੀ ਦੇ ਕਤਲ ਦੀ ਬੁਨਿਆਦ ਵੀ ਰੱਖ ਦਿੰਦੀ ਹੈ। ਜ਼ਿਲ੍ਹੇਦਾਰ ਲਈ ਮੁਮਤਾਜ਼ ਖਾਨ ਦੀ ਯਾਰੀ ਆਰਥਿਕ ਪੁਸ਼ਟੀ ਜ਼ਰੂਰ ਸਾਬਤ ਹੋਈ, ਪਰ ਨਾਲ ਹੀ ਸ਼ਰਾਬ ਅਤੇ ਔਰਤ ਨੇ ਉਸ ਦੇ ਅੰਦਰ ਵੜ ਕੇ ਉਸ ਦੀ ਭਰੀ ਸਿਹਤ ਅਤੇ ਇਖਲਾਕੀ ਕੀਮਤ ਨੂੰ ਤੋੜਨਾ ਤੇ ਜਰਜਰਾ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਮਹਿਫਲ ਮਾਹਵਾਰੀ ਹੁੰਦੀ ਸੀ, ਤਰੱਕੀ ਕਰਕੇ ਹਫ਼ਤਾਵਾਰੀ ਹੋ ਗਈ। ਹਰ ਮਨੁੱਖ ਉਹੀ ਕੁਝ ਦਿੰਦਾ ਏ ਜੋ ਉਸ ਕੋਲ ਹੁੰਦਾ ਏ। ਖਾਨ ਦੇ ਜਾਗੀਰਦਾਰੀ ਸੁਭਾਅ ਦਾ ਅਸਰ ਬੂੜ ਸਿੰਘ ਉੱਤੇ ਪੈਣਾ ਕੁਦਰਤੀ ਸੀ ਤੇ ਉਹ ਦਿਨੋਂ ਦਿਨ ਲੋਹੇ ਦੀ ਸੂਈ ਵਾਂਗ ਚੁੰਬਕ ਪੱਥਰ ਵੱਲ ਖਿੱਚਦਾ ਚਲਾ ਗਿਆ। ਬੂੜ ਸਿੰਘ ਅਤੇ ਮੁਮਤਾਜ਼ ਖਾਨ ਨੂੰ ਇੱਕ ਵਾਰ ਇਕੱਠਿਆਂ ਲਾਹੌਰ ਜਾਣ ਦਾ ਮੌਕਾ ਪੈਦਾ ਹੋ ਗਿਆ। ਸਰੂਰ 'ਚ ਆਏ ਸਰਦਾਰ ਨੂੰ ਖਾਨ ਹੀਰਾ ਮੰਡੀ ਲੈ ਗਿਆ। ਰਤਨ ਬਾਈ ਦੇ ਕੋਠੇ ਦਾ ਠਾਠ ਵੇਖ ਕੇ ਸਰਦਾਰ ਦੇ ਹੋਸ਼ ਚੱਕਰ ਖਾਣ ਲੱਗੇ। ਉਸ ਲਈ ਹੁਸੀਨ ਦੁਨੀਆ ਨਵੀਂ ਅਤੇ ਓਪਰੀ ਜ਼ਰੂਰ ਸੀ, ਪਰ ਉਸਦੇ ਸ਼ਰਾਬੀ ਵਜੂਦ ਨੇ ਦਿਨ ਰਾਤ ਇਸ ਰੰਗੀਨ ਦੁਨੀਆ ਨੂੰ ਕਲਪਿਆ ਅਤੇ ਚਾਹਿਆ ਸੀ। ਕਿਤੇ ਕੋਈ ਗਲਤੀ ਨਾ ਹੋ ਜਾਵੇ, ਇਹ ਡਰ ਉਸ ਤੋਂ ਖਾਨ ਦੇ ਹਰ ਅਮਲ ਦੀ ਨਕਲ ਕਰਵਾ ਰਿਹਾ ਸੀ। ਰਤਨ ਬਾਈ ਨੇ ਝੁੱਕ ਕੇ ਦਰਬਾਰੀ ਤਰੀਕੇ ਨਾਲ ਸਲਾਮ ਕੀਤਾ ਤੇ ਬਲਾਂ ਲੈਂਦਿਆਂ ਨਹੋਰਾ ਮਾਰਿਆ। खुदा की कुदरत है, बंदा नवाजों को हम गरीब याद आए। आए हाय भाई, मर गए। खान ने गद्दे ते लुटकदियां आप मुहारे पुकारिया। यूं तो दुनिया बहुत खूबसूरत है, मगर भाई आपका जवाब नहीं। शिकवा करना और कत्ल करना कोई आपसे सीखे। ਇਹ ਨਾਟਕੀ ਗੱਲਬਾਤ ਸਰਦਾਰ ਦਾ ਦਿਲ ਆਸਿਓਂ ਪਾਸਿਓਂ ਗੱਲ ਕੀ ਸਾਰਿਓਂ ਵਿੰਨ ਗਈ। ਉਸ ਦੀ ਹਾਲਤ ਉਸ ਜਵਾਨ ਕੰਵਾਰੀ ਵਰਗੀ ਸੀ ਜਿਸ ਨੂੰ ਕਿਸੇ ਇਕੱਲ ਵਿੱਚ ਕਿਊਪਿਡ ਦੇ ਸਾਹਮਣੇ ਤੀਰਾਂ ਨੇ ਨਿਢਾਲ ਕਰ ਦਿੱਤਾ ਹੋਵੇ। ਉਸ ਦੀਆਂ ਨਸ਼ੀਲੀਆਂ ਨਜ਼ਰਾਂ ਬੈਠਕ ਵਿੱਚ ਸਜੀ ਹਰ ਤਸਵੀਰ ਵਿੱਚ ਖੁੱਭ ਕੇ ਰਹਿ ਗਈਆਂ। ਤਾਕ ਤੇ ਸਜੇ ਬੁੱਤ ਨਿਰਤ ਕਲਾ ਦੀ ਦਾਤ ਦੇ ਰਹੇ ਸਨ। ਪੈਰਾਂ ਹੇਠ ਦੁੱਧ ਚਿੱਟੀ ਚਾਦਰ ਨੇ ਕਸ਼ਮੀਰ ਢੱਕ ਰੱਖਿਆ ਸੀ। ਪਹਾੜੀ ਦੇ ਪੈਰੀਂ ਨੀਲੀ ਝੀਲ ਵਿੱਚ ਖਿੜੇ ਸੂਹੇ ਕਮਲਾਂ ਨੇ ਹਰ ਸਾਹ ਮਦਹੋਸ਼ ਕਰ ਦਿੱਤਾ ਜਾਪਦਾ ਸੀ। ਰਤਨ ਬਾਈ ਨੇ ਡਰਾਇੰਗ ਰੂਮ ਇਸ ਤਰੀਕੇ ਨਾਲ ਸਜਾਇਆ ਸੀ ਕਿ ਆਉਣ ਵਾਲਾ ਹਰ ਲੁਕਮਾਨ ਸਜਦੇ ਵਿੱਚ ਡਿੱਗ ਪਵੇ। ਰਤਨ ਬਾਈ ਦੇ ਇਸ਼ਾਰੇ ਤੇ ਇੱਕ ਹੁਸੀਨ ਕੁੜੀ ਦੋਹਾਂ ਹੱਥਾਂ 'ਚ
ਚਾਂਦੀ ਦੀ ਤਸ਼ਤਰੀ ਫੜੀ ਅੰਦਰੋਂ ਨਿਕਲੀ। ਰੂਪ ਦੇ ਸਾਰੇ ਨਕਸ਼ ਆਪੋ ਆਪਣੀ ਥਾਂ ਅੰਗੜਾਏ ਪਏ ਸਨ। ਬਸ ਇੱਕ ਰੂਹ ਦੇ ਆਉਣ ਦੀ ਹੀ ਦੇਰ ਬਾਕੀ ਸੀ ਕਿ ਉਹਨਾਂ ਧੜਕਣਾ ਸ਼ੁਰੂ ਕਰ ਦਿੱਤਾ। ਖਾਨ ਨੇ ਹਸੀਨਾ ਨੂੰ ਇਸ਼ਾਰਾ ਕੀਤਾ, ਪਹਿਲੋ ਸਰਦਾਰ ਜੀ। ਹਸੀਨਾ ਨੇ ਸਰਦਾਰ ਅੱਗੇ ਗੋਡਾ ਟੇਕਦਿਆਂ ਸੱਜਾ ਹੱਥ ਸਿਰ ਨੂੰ ਲਾਇਆ। ਉਸਦੇ ਹੱਥ ਵਿੱਚ ਸੂਖਮ ਥਰਾਨ ਸੀ। ਅੱਖਾਂ ਵਿੱਚੋਂ ਇੱਕ ਜਜ਼ਬੇ ਦੀ ਛੱਲ ਬਾਹਰ ਆਈ ਤੇ ਹੁਸੀਨ ਬੁੱਲੀਆਂ ਚੋਂ ਸਤਿ ਸ਼੍ਰੀ ਅਕਾਲ ਦੀ ਮਧੁਰ ਸੁਰ ਕਿਰ ਗਈ। ਸਰਦਾਰ ਦੀ ਡੌਰ ਭੌਰ ਹੋਸ਼ ਬੇਹੋਸ਼ੀ ਦੀਆਂ ਸੈਂਕੜੇ ਜ਼ਰਬਾਂ ਖਾ ਗਈ। ਅਜੀ ਸ਼ੌਕ ਫਰਮਾਈਏ, ਕੈਂਸੀਆਂ ਵਰਗੀ ਪਿਆਰੀ ਆਵਾਜ਼ ਨਾਲ ਤਸ਼ਤਰੀ ਹੋਰ ਅੱਗੇ ਆ ਗਈ। ਇਸ ਤਰ੍ਹਾਂ ਸਜਦੇ ਵਿੱਚ ਆਈ ਹੁਸੀਨਾ ਨੂੰ ਵੇਖ ਕੇ ਅਣਜਾਣ ਮਨੁੱਖੀ ਖੁਦਾ ਘਬਰਾ ਗਿਆ। ਉਸ ਸੂਖਮ ਤੱਕਣੀ ਨਾਲ ਖਾਨ ਤੋਂ ਸਹਾਇਤਾ ਚਾਹੀ। ਉਸ ਅੱਖ ਦੱਬ ਕੇ ਤਸ਼ਤਰੀ ਚੋਂ ਕੁਝ ਚੁੱਕ ਲੈਣ ਲਈ ਸਮਝਾਇਆ। ਸਰਦਾਰ ਨੇ ਕੁਝ ਚੁੱਕ ਲੈਣ ਤੋਂ ਪਹਿਲਾਂ ਸੁੰਦਰੀ ਦੀਆਂ ਭਰੀਆਂ ਛਾਤੀਆਂ ਨੂੰ ਤੱਕਿਆ, ਜਿਹੜੀਆਂ ਸਾਹ ਦੇ ਤਾਲ ਨਾਲ ਆਪਣੇ ਨ੍ਰਿਤ ਵਿੱਚ ਮਗਨ ਸਨ। ਸ਼ੁਕਰੀਆ, ਸਰਦਾਰ ਨੇ ਆਪਣੇ ਬੋਲ 'ਚ ਸ਼ਹਿਦ ਭਰਦਿਆਂ ਆਖਿਆ। ਉਸ ਇਲਾਇਚੀ ਚੁੱਕ ਲਈ। 2 ਪਲ ਦੀ ਇੰਤਜ਼ਾਰ ਪਿੱਛੋਂ ਕੁੜੀ ਨੇ ਮੂੰਹ ਫੇਰ ਲਿਆ। ਉਸ ਦਾ ਜ਼ਬਤ ਕਰਨ ਤੇ ਵੀ ਹਾਸਾ ਨਿਕਲ ਗਿਆ। ਰਤਨ ਬਾਈ ਕਹਿਣਾ ਚਾਹੁੰਦੀ ਸੀ, ਮੁਮਤਾਜ਼ ਖਾਨ, ਇਹ ਜੰਗਲੀ ਕਿੱਥੋਂ ਫੜ ਲਿਆ ਏ? ਖਾਨ ਨੇ ਵੀ ਸਮਝਦਿਆਂ ਆਖਿਆ, ਸੁਲਤਾਨਾ, ਸਰਦਾਰ ਜੀ ਐਰਾ ਵਗੈरह नहीं, लाखों में एक मोती है जो तेरे लिए तोहफे लेके आया। तस्लीम। ਸੁਲਤਾਨਾ ਆਪਣੀ ਵਿਸ਼ੇਸ਼ ਅਦਾਇਗੀ ਵਿੱਚ ਦੁਬਾਰਾ ਝੁਕ ਗਈ। ਜ਼ਿਲ੍ਹੇਦਾਰ ਨੇ ਚਤੰਨ ਹੁੰਦਿਆਂ ਸਮਝਣ ਦਾ ਯਤਨ ਕੀਤਾ ਕਿ ਮੇਰੇ ਕੋਲੋਂ ਕੀ ਬੇਅਦਬੀ ਹੋ ਗਈ ਹੈ। ਖਾਨ ਨੂੰ ਤਸ਼ਤਰੀ 'ਚ ਪੰਜਾਂ ਦਾ ਨੋਟ ਰੱਖਦਿਆਂ ਵੇਖ ਉਹ ਆਪਣੀ ਬੇਵਕੂਫੀ ਜਾਣ ਗਿਆ। ਉਸ ਨੂੰ ਖਾਨ ਤੇ ਬੜਾ ਗੁੱਸਾ ਆਇਆ। ਜੇ ਉਹ ਪਹਿਲੋਂ ਪਾਨ ਚੁੱਕ ਲੈਂਦਾ ਮੈਂ ਘੁੱਗੂ ਸਾਬਤ ਨਾ ਹੁੰਦਾ। ਪਰ ਖਾਨ ਦੇ ਤਾਰੀਫੀ ਬੋਲ ਉਸ ਨੂੰ ਪੈਰਾਂ ਸਿਰ ਖਲੋਂਦਾ ਕਰ ਗਏ। ਸੁਲਤਾਨਾ ਆਪਣੇ ਸਾਰੇ ਤੀਰ ਉਸਦੇ ਦਿਲ ਵਿੱਚ ਹੀ ਅਣਖਿੱਚੇ ਛੱਡ ਗਈ। ਸ਼ਰਮਾ ਦੇ ਅਨੁਭਵ ਵਿੱਚ ਉਹ ਇੱਕ ਪਲ ਸੋਚ ਗਿਆ, ਹੁਸਨ ਰੰਗ ਵਿੱਚ ਨਹੀਂ। ਮਾਲਣ ਇੱਕਦਮ ਉਸਦੀਆਂ ਅੱਖਾਂ ਅੱਗੋਂ ਆ ਕੇ ਅਲੋਪ ਹੋ ਗਈ। ਤਸੱਲੀ ਪੜ੍ਹੇ ਹੋਏ ਮਹਿਬੂਬ ਵਿੱਚ ਵੀ ਨਹੀਂ। ਉਸ ਸ਼ਕੁੰਤਲਾ ਨੂੰ ਨਾਵਲ ਪੜ੍ਹਦਿਆਂ ਤੱਕਿਆ। ਹੁਸਨ ਤਾਂ ਉਸ ਅਦਾ ਦਾ ਨਾਂ ਹੈ ਜਿਹੜੀ ਜਵਾਨੀ ਨੂੰ ਕਤਲ ਕਰ ਦੇਵੇ। ਹੁਸਨ ਉਸ ਖਿੱਚ ਦਾ ਨਾਂ ਹੈ ਜਿਹੜੀ ਇਸ਼ਕ ਨੂੰ ਗੁਲਾਮ ਬਣਾ ਦੇਵੇ। ਹੁਸਨ ਉਸ ਰੂਪ ਦਾ ਨਾਂ ਹੈ ਜਿਸ ਦੇ ਗਲ ਲੱਗ ਕੇ ਮਰਨ ਨੂੰ ਜੀ ਕਰੇ। ਉਸ ਦੇ ਸਾਹਮਣੇ ਸੁਲਤਾਨਾ ਨਸਤਰ ਦੇ ਨਕਸ਼ਾਂ ਨਾਲ ਖਿੜੀ ਪਈ ਸੀ। ਮਧੂ ਕਾਮਨੀ ਨੂੰ ਦੇਖ ਦੇਖ ਕੇ ਉਹ ਖੀਵਾ ਹੋਈ ਜਾ ਰਿਹਾ ਸੀ। ਖਾਨ ਦੀ ਆਵਾਜ਼ ਨੇ ਉਸਦੇ ਅਨੁਭਵ ਸਵਾਦ ਨੂੰ ਤਰੋੜ ਮਰੋੜ ਸੁੱਟਿਆ। ਸੁਲਤਾਨਾ, ਫਿਰ ਫਾਂਸੀ ਹੋ ਜਾਏ ਨਾ। ਖਾਨ ਨੇ ਗਲ ਤੇ ਹੱਥ ਫੇਰਦਿਆਂ ਫਰਮਾਇਸ਼ ਕਰ ਦਿੱਤੀ। ਝੱਟ ਹੀ ਸਾਜਿੰਦੇ ਆ ਗਏ, ਜਿਵੇਂ ਤਿਆਰ ਹੀ ਬੈਠੇ ਸਨ। ਸੁਲਤਾਨਾ ਨੇ ਕੱਪੜੇ ਬਦਲਦਿਆਂ 4-5 ਮਿੰਟ ਗਾਲ ਦਿੱਤੇ। ਇਹਨਾਂ ਮਿੰਟਾਂ ਵਿੱਚ ਸਰਦਾਰ ਨੂੰ ਉੱਚੜ ਪੈੜੀਆਂ ਨੇ ਥਾਂ ਥਾਂ ਤੋਂ ਨੋਚ ਲਿਆ। ਜਲਪਰੀ ਦੇ ਲਿਬਾਸ 'ਚ ਸੁਲਤਾਨਾ ਛਣਨ ਛਣਨ ਕਰਦੀ ਕਾਲੀਨ ਉੱਤੇ ਆ ਕੇ ਥਰਕਣ ਲੱਗੀ। ਜਾਪਦਾ ਸੀ ਕੋਈ ਇੰਦਰ ਦੇ ਰੰਗ ਮਹਿਲਾਂ ਦੀ ਅਪੱਛਰਾਂ ਮੇਘ ਦੀ ਸਵਾਰੀ ਕਰਦੀ ਅਰਸ਼ਾਂ ਤੋਂ ਫਰਸ਼ਾਂ ਤੇ ਆ ਗਈ ਹੋਵੇ। ਬਾਰੀਕ ਨੀਲੇ ਰੇਸ਼ਮ ਵਿੱਚ ਉਹ ਡਲ ਕਵਲਾਂ ਤੇ ਨੱਚੀ ਜਾ ਰਹੀ ਸੀ। ਉਸਦੇ ਘੁੰਗਰੂਆਂ ਦੀਆਂ ਸਰੋਦੀ ਲਹਿਰਾਂ ਨਾਲ ਕਿਨਾਰਿਆਂ ਨੂੰ ਨੀਂਦ ਆ ਰਹੀ ਸੀ। ਸਫੈਦੇ ਆਪਣੇ ਪਰਛਾਵਿਆਂ ਵਿੱਚ ਪਿਘਲੀ ਜਾ ਰਹੇ ਸਨ। ਸੁਲਤਾਨਾ ਨੇ ਸੋਜ਼ ਭਰੀ ਲੈਅ ਵਿੱਚ ਦਿਲ ਦਾ ਦਾਗ ਗਾਇਆ। ਹਾਂ ਹਾਂ, तुम्हारे हुस्न की कोई खता नहीं, मैं हुस्न इत्तफाक से दीवाना हो गया। ਸਰਦਾਰ ਦਾ ਦਿਲ ਛਾਲੇ ਵਾਂਗ ਭਰ ਗਿਆ, ਜਿਹੜਾ ਪਿੱਛੋਂ ਬੜੀ ਛੇਤੀ ਦਾਗ ਤੋਂ ਨਾਸੂਰ ਵਿੱਚ ਬਦਲ ਗਿਆ। ਖਾਨ ਨੇ ਲਹਿਰਾਂਦੀ ਸੁਲਤਾਨਾ ਨੂੰ ਨੋਟ ਫੜਾਏ। ਐਤਕੀ ਸਰਦਾਰ ਨੇ ਵੀ ਵੱਟਾ ਲਾ ਲਿਆ। ਖਾਨ ਲੱਖ ਜਗੀਰਦਾਰ ਸੀ, ਪਰ ਬੂੜ ਸਿੰਘ ਨੇ ਉਸ ਨਾਲੋਂ ਘੱਟ ਰਹਿਣਾ ਆਪਣੀ ਹੱਤਕ ਸਮਝੀ। ਆਪਣੇ ਇਸ਼ਕ ਦੀ ਤੌਹੀਨ। ਰਤਨ ਬਾਈ ਤੇ ਸੁਲਤਾਨਾ ਸਰਦਾਰ ਬਾਰੇ ਆਪਣਾ ਅਨੁਮਾਨ ਮੁਕੰਮਲ ਕਰ ਚੁੱਕੇ ਸਨ। ਜਦ ਜ਼ਿਲ੍ਹੇਦਾਰ ਸੁਲਤਾਨਾ ਕੋਲੋਂ ਮਜਬੂਰ ਉੱਠ ਕੇ ਆਪਣੀ ਕੋਠੀ ਆਇਆ ਤਾਂ ਉਸ ਨੂੰ ਬੜਾ ਕੁਝ ਓਪਰਾ ਜਾਪਿਆ। ਜੁਦਾਈ, ਜਲਨ ਤੇ ਬੇਕਰਾਰੀ ਨੇ ਸਾਰੇ ਰਾਹ ਵੀਰਾਨੀ ਪੈਦਾ ਕਰ ਰੱਖੀ ਸੀ। ਨਹਿਰ ਦਾ ਖੇੜਾ ਉਦਾਸ, ਖਾਮੋਸ਼ ਤੇ ਸਜਿੰਦਾ ਹੋਇਆ ਪਿਆ ਸੀ।
ਉਹ ਉਸ ਬੁੱਤ ਵਾਂਗ ਘਬਰਾਇਆ ਹੋਇਆ ਸੀ ਜਿਸ ਦੀ ਰੂਹ ਗਵਾਚ ਗਈ ਹੋਵੇ। ਮੇਰੇ ਲਈ ਕੀ ਲਿਆਇਆ ਏ? ਮਾਲਣ ਨੇ ਅੱਗੇ ਵੱਧ ਕੇ ਹੱਸਦੀ ਫੁਹਾਰ ਚੋਂ ਪੁੱਛਿਆ। ਮਾਲਣ ਦੇ ਇਸ ਫਿਕਰੇ ਨਾਲ ਬੂੜ ਇੱਕ ਤਰ੍ਹਾਂ ਪਛਿਆ ਗਿਆ। ਸੁਲਤਾਨਾ ਦਾ ਸਲੀਕਾ ਉਸਨੂੰ ਮਾਰ ਕੇ ਸੁੱਟ ਗਿਆ ਸੀ। ਘੱਟ ਤੋਂ ਘੱਟ ਇਸ ਨਾਲੋਂ ਤਾਂ ਸੀਤਾਰਾਮ ਕਲਰਕ ਦੀ ਵਹੁਟੀ ਹੀ ਚੰਗੀ ਏ, ਜਿਹੜੀ ਜੀ ਆਖ ਕੇ ਬੁਲਾਉਂਦੀ ਏ। ਬੂੜ ਸਿੰਘ ਦੀ ਮਾਨਸਿਕ ਭੁੱਖ ਤਿੱਖੀ ਤੇ ਸੂਖਮ ਹੋ ਚੁੱਕੀ ਸੀ, ਜਿਸ ਨੂੰ ਅਨਪੜ੍ਹ ਮਾਲਣ ਨਹੀਂ ਜਾਣ ਸਕਦੀ ਸੀ। ਉਸ ਦੁਬਾਰਾ ਪਿਆਰ ਦਾ ਨਹੋਰਾ ਮਾਰਿਆ। ਕੀ ਖਾ ਕੇ ਆਏ ਹੋ ਲਾਹੌਰੋਂ? ਬੂੜ ਹਾਲੇ ਵੀ ਸੁਲਤਾਨਾ ਨਾਲ ਗੱਲਾਂ ਕਰੀ ਜਾ ਰਿਹਾ ਸੀ। ਉਸ ਦੀ ਇੱਕ ਇੱਕ ਗੱਲ ਤੋਂ 100 ਕੁਰਬਾਨੇ ਜਾ ਰਿਹਾ ਸੀ। ਮਾਲਣ ਨੇ ਮੋਢਿਆਂ ਤੋਂ ਹਿਲਾਉਣਿਆ। ਮੈਂ ਕਿਹਾ, ਬੋਲਣਾ ਨਹੀਂ। ਮਾਲਣ ਛੋਹ ਅਤੇ ਘੁੱਟਣੀ ਦੇ ਇੰਤਜ਼ਾਰ ਵਿੱਚ ਪਿਘਲੀ ਜਾ ਰਹੀ ਸੀ। ਪਰਾਂ ਹਟ ਓਏ। ਉਹ ਆਪਾ ਛਡਾ ਕੇ 2 ਕਦਮਾਂ ਅੱਗੇ ਵੱਧ ਗਿਆ ਅਤੇ ਕੋਟ ਲਾਉਣ ਲੱਗ ਪਿਆ। ਲਾਹੌਰ ਕੀ ਗਿਆ ਏ? ਘਰੋਂ ਕੱਢਣ ਲੱਗਾ ਏ? ਮਾਲਣ ਨੇ ਕੋਟ ਫੜਦਿਆਂ ਪਿਆਰ ਅਤੇ ਗਿਲੇ ਦੀ ਸਾਂਝ ਚੋਂ ਆਖਿਆ। ਉਸ ਕੁਚਲੇ ਗਏ ਜਜ਼ਬਾਤ ਦੀ ਕੋਈ ਪਰਵਾਹ ਨਾ ਕੀਤੀ। ਸੱਚਾ ਤੇ ਸੁੱਚਾ ਆਸ਼ਕ ਕਦੇ ਉਲਾਂਭੇ ਨਹੀਂ ਦਿੰਦਾ। ਮਾਲਣ ਤਸੱਲੀ ਭਰੀ ਕੁਝ ਗੁਣਗੁਣਾ ਰਹੀ ਸੀ, ਪਰ ਬੂੜ ਦੇ ਅੰਦਰ ਕੁਝ ਚੁਭ ਰਿਹਾ ਸੀ, ਕੁਝ ਚਸਕ ਰਿਹਾ ਸੀ। ਹੋਰ 6 ਮਹੀਨੇ ਵਿੱਚ ਮਾਲਣ ਨੂੰ ਚੰਗੀ ਤਰ੍ਹਾਂ ਸਪਸ਼ਟ ਹੋ ਗਿਆ ਕਿ ਬੂੜ ਉਸ ਤੋਂ ਪਰੇ ਪਰੇ ਰਹਿਣ ਦਾ ਯਤਨ ਕਰ ਰਿਹਾ ਹੈ। ਬੂੜ ਮਨ ਹੀ ਮਨ ਵਿੱਚ ਮਾਲਣ ਤੋਂ ਅਸਲੋਂ ਮੂੰਹ ਮੋੜ ਚੁੱਕਾ ਸੀ। ਉਹ ਹਮੇਸ਼ਾ ਇਸ ਸੋਚ ਵਿੱਚ ਰਹਿੰਦਾ ਸੀ ਕਿ ਕਿਸੇ ਤਰ੍ਹਾਂ ਇਸ ਗਵਾਰ ਤੋਂ ਖਹਿੜਾ ਛੁੱਟ ਜਾਵੇ। ਸੁਲਤਾਨਾ ਦੀ ਮਹਿਫਲ ਉਸ ਦੇ ਵਿਰੋਧ ਨੂੰ ਅੰਦਰ ਹੀ ਅੰਦਰ ਤੇਜ਼ ਕਰੀ ਜਾ ਰਹੀ ਸੀ। ਮਾਲਣ ਦੀ ਰੱਤ ਮੁੜ ਉਹਨਾਂ ਸੋਚਾਂ ਨੇ ਚੂਸਣੀ ਸ਼ੁਰੂ ਕਰ ਦਿੱਤੀ, ਜਿਹੜੀਆਂ ਕਦੇ ਉਸ ਲਈ ਵਿਆਹੀ ਜਾਣ ਪਿੱਛੋਂ ਵੀ ਜੋਕਾਂ ਬਣ ਗਈਆਂ ਸਨ। ਅੜਿਆ, ਉਦੋਂ ਤਾਂ ਇਹਨਾਂ ਆਪ ਨਹੀਂ ਮੰਨਿਆ ਸੀ, ਪਰ ਹੁਣ ਭਲਾ ਬਾਬਾ ਜੀ ਨਾ ਮੇਰੀ ਰਹੀ ਕਰਨਗੇ। ਹੁਣ ਤਾਂ ਇਹ ਉਹਨਾਂ ਤੋਂ ਪਰਵਾਰੇ ਵੀ ਵਿਆਹ ਕਰਵਾ ਸਕਦੇ ਨੇ। ਮੈਂ ਕੀ ਕਰੂੰਗੀ? ਹੁਣ ਤਾਂ ਰੱਬ ਹੀ ਰੱਖਾ ਏ। ਅਜਿਹੀ ਖਿੱਚੋਤਾਣ ਸਮੇਂ ਔਰਤ ਵਧੇਰੇ ਪਿਆਰ ਜਤਾ ਕੇ ਮਰਦ ਨੂੰ ਜਿੱਤ ਲੈਣ ਦਾ ਯਤਨ ਕਰਦੀ ਹੈ, ਪਰ ਮਰਦ ਉਲਟਾ ਖਿੱਚ ਉੱਠਦਾ ਹੈ ਤੇ ਨਫ਼ਰਤ ਦਾ ਪਾੜ ਤੰਗ ਹੋਣ ਦੀ ਥਾਂ ਹੋਰ ਚੌੜਾ ਹੁੰਦਾ ਜਾਂਦਾ ਹੈ। ਮਾਲਣ ਦੁਰਕਾਰੇ ਜਾਣ ਉੱਤੇ ਹੰਝੂ ਭਰ ਲੈਂਦੀ ਤੇ ਰੋਣੀ ਸੂਰਤ ਵੇਖ ਕੇ ਜ਼ਿਲ੍ਹੇਦਾਰ ਦਾ ਗੁੱਸਾ ਬਸ ਜਵਾਲਾ ਹੀ ਬਣ ਜਾਂਦਾ। ਕਿੱਥੋਂ ਮੇਰੇ ਪੱਲੇ ਪੱਥਿਆ ਘੋਗਾ ਪੈ ਗਿਆ। ਉਹ ਹੁਣ ਮਾਲਣ ਦੇ ਅਨਪੜ੍ਹ ਹੋਣ ਨੂੰ ਦੂਣਾ ਚੌਣਾ ਕੋਸਦਾ ਤੇ ਨਿੱਤ ਨਵੇਂ ਬਹਾਨੇ ਨਾਲ ਉਸ ਨੂੰ ਸਾੜਦਾ। ਮਾਲਣ ਵਸ ਲੱਗਦੀ ਉਸ ਦੇ ਸਾਹਮਣੇ ਰੋਂਦੀ ਨਹੀਂ ਸੀ, ਪਰ ਪੀੜ ਤਾਂ ਆਖਰ ਪੀੜ ਹੈ। ਜੇ ਰੋਇਆਂ ਬਾਹਰ ਨਾ ਨਿਕਲੇਗੀ ਤਦ ਅੰਦਰ ਨਾਸੂਰ ਬਣੇਗੀ। ਚਿੰਤਾ ਖਾਧੀ ਮਾਲਣ ਨੂੰ ਕੁਝ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਹਨੇਰਾ ਠੋਸ ਰੂਪ ਧਾਰ ਕੇ ਉਸ ਨੂੰ ਚੌਫੇਰਿਓਂ ਕੁੱਟੀ ਜਾ ਰਿਹਾ ਹੈ। ਪੇਕੀ ਕੁੜੀ ਪਲ ਕੇ ਜਵਾਨ ਹੁੰਦੀ ਹੈ ਤੇ ਸਹੁਰੇ ਆਪਣਾ ਘਰ ਬਣਾ ਕੇ ਜ਼ਿੰਦਗੀ ਦੇ ਚੰਗੇ ਜਾਂ ਮਾੜੇ ਦਿਨ ਪੂਰੇ ਕਰਦੀ ਹੈ। ਸਹੁਰਿਆਂ ਦੇ ਔਖੇ ਦਿਨਾਂ 'ਚ ਉਸ ਨੂੰ ਪੇਕੇ ਤੇ ਸੁਖਿਆਰਾ ਬਚਪਨ ਯਾਦ ਆਉਣੇ ਅਵੱਸ਼ ਹੋ ਜਾਂਦੇ ਹਨ। ਮਾਲਣ ਦੇ ਮਾਂ-ਬਾਪ ਉਸ ਦੇ ਵਿਆਹ ਤੋਂ ਪਹਿਲਾਂ ਹੀ ਮਰ ਚੁੱਕੇ ਸਨ। ਇੱਕੋ ਇੱਕ ਵੱਡਾ ਭਰਾ ਸੀ ਜਿਹੜਾ ਉਸ ਨੂੰ ਬੇਹੱਦ ਪਿਆਰ ਕਰਦਾ ਸੀ। ਭਰਾ ਤਾਂ ਮੈਨੂੰ ਤੱਤੀ ਵਾਹ ਨਹੀਂ ਲੱਗਣ ਦੇਵੇਗਾ, ਪਰ ਭਰਜਾਈ, ਉਸ ਬੇਗਾਨੀ ਧੀ ਦਾ ਕੀ ਪਤਾ ਏ ਕਿਵੇਂ ਵਰਤਾਅ ਕਰੇ। ਨਹੀਂ, ਉਸ ਆਪਣੇ ਆਪ ਸਿਰ ਮਾਰਿਆ, ਕਿਸੇ ਠੀਕ ਆਖਿਆ ਏ। ਪੇਕਿਆਂ ਦੇ ਫੁੱਲਾਂ ਨਾਲੋਂ ਸਹੁਰਿਆਂ ਦੇ ਕੰਡੇ ਚੰਗੇ। ਇਹਨਾਂ ਦਿਨਾਂ 'ਚ ਉਸ ਦਾ ਜੀ ਬੇਹੱਦ ਭੈੜਾ ਰਹਿੰਦਾ। ਦੁਪਹਿਰੇ ਹਲਕੇ ਜਿਹੇ ਬੁਖਾਰ ਪਿੱਛੋਂ ਉਸ ਨੂੰ ਉੱਪਰ ਛੱਲ ਆ ਗਈ। ਉਸ ਨੂੰ ਪਈ ਵੇਖ ਕੇ ਬੁੱਢ ਨੇ ਪੁੱਛਿਆ, ਕੀ ਗੱਲ ਏ? ਥੋੜ੍ਹੀ ਢਿੱਲੀ ਹਾਂ। ਚੱਲ ਤੈਨੂੰ ਪੇਕੀ ਛੱਡਾਵਾਂ। ਨਹੀਂ, ਮੈਂ ਆਥਣ ਤੱਕ ਤਕੜੀ ਹੋ ਜਾਵਾਂਗੀ। ਜੇ ਬਿਮਾਰ ਹੋ ਗਈ ਮੇਰੀ ਜਾਨ ਨੂੰ ਕੋਈ ਵਕਤ ਖੜਾ ਕਰੇਂਗੀ, ਮੈਂ ਤੈਨੂੰ ਕਿਵੇਂ ਸਾਂਭਾਂਗਾ? ਚੱਲ। ਬੂੜ ਦੀਆਂ ਭਵਾਂ ਵਿਚਕਾਰ ਉੱਪਰੋਂ ਹੇਠੋਂ ਨੂੰ 3 ਲਕੀਰਾਂ ਨੇ ਸ਼ਿਵਜੀ ਦਾ ਤਰਸ਼ੂਲ ਬਣਾਇਆ ਹੋਇਆ ਸੀ। ਉਹ ਛੱਡ ਆਉਣ ਲਈ ਇੱਕ ਤਰ੍ਹਾਂ ਤੁਲਿਆ ਹੋਇਆ ਸੀ। ਨਹੀਂ ਨਹੀਂ, ਮੈਂ ਠੀਕ ਹਾਂ, ਜਾਣ ਦੀ ਕੋਈ ਲੋੜ ਨਹੀਂ। ਮਾਲਣ ਔਖੀ ਹਾਲਤ ਵਿੱਚ ਉੱਠ ਕੇ ਬਹਿ ਗਈ। ਇਸ ਹਾਲਤ 'ਚ ਮੈਂ ਤੈਨੂੰ ਰੱਖ ਨਹੀਂ ਸਕਦਾ, ਮੈਂ ਤੈਨੂੰ ਰੱਖਣਾ ਵੀ ਨਹੀਂ। ਬੂੜ ਸਿੰਘ ਨੇ ਮਹੀਨਿਆਂ ਤੋਂ ਰੋਕੀ ਗੱਲ ਨੂੰ ਮੂੰਹ ਪਾੜ ਕੇ ਕਹਿ ਹੀ ਦਿੱਤਾ। ਮਾਲਣ ਸਮਝਦੀ ਤਾਂ ਸਭ ਕੁਝ ਸੀ, ਪਰ ਉਸ ਨੂੰ ਇਹ ਆਸ ਬਿਲਕੁਲ ਨਹੀਂ ਸੀ ਕਿ ਇਸ ਤਰ੍ਹਾਂ ਬਿਮਾਰ ਹਾਲਤ ਵਿੱਚ ਘਰੋਂ ਕੱਢੇਗਾ। ਉਸ ਚੁੱਪ ਹੋ ਜਾਣ ਵਿੱਚ ਹੀ ਬਚਾ ਸਮਝਿਆ। ਜੇ ਬਾਹੋਂ ਫੜ ਕੇ ਹੀ ਕੱਢਣ ਲੱਗਾ ਫਿਰ ਦੇਖੀ ਜਾਏਗੀ, ਪਰ ਉਸ ਦਾ ਅੰਦਰ ਬਾਹਰ ਕੰਬੀ ਜਾ ਰਿਹਾ ਸੀ। ਬੂੜ
ਖੁਦ ਇਹ ਦੁਬੱਦਤ ਦ੍ਰਿਸ਼ ਨਹੀਂ ਵੇਖ ਸਕਦਾ ਸੀ। ਉਹ ਬਾਹਰ ਨੂੰ ਗਿਰਦਾਵਰੀ ਕਰਨ ਤੁਰ ਗਿਆ। ਉਸ ਦੇ ਚਲੇ ਜਾਣ ਪਿੱਛੋਂ ਮਾਲਣ ਨੇ ਖੁੱਲ੍ਹ ਕੇ ਸਾਹ ਲਿਆ। ਇੱਕ ਵਾਰ ਤਾਂ ਮਨਾ ਬਲਾ ਟਲ ਗਈ, ਪਰ ਹੈ ਉਹ ਰੱਬ ਹੀ ਬਚਾਉਣ ਵਾਲਾ। ਐਨ ਉਸ ਸਮੇਂ ਜਦੋਂ ਹਨੇਰੇ ਨੇ ਉਸ ਦੀ ਸੰਘੀ ਮਜ਼ਬੂਤੀ ਨਾਲ ਦਬਾ ਲਈ ਸੀ ਤੇ ਉਸ ਦਾ ਗੋਰਾ ਸੂਹਾ ਰੰਗ ਨੀਲਾ ਕਾਲਾ ਪੈਣਾ ਸ਼ੁਰੂ ਹੋ ਗਿਆ ਸੀ, ਕੁਦਰਤ ਦੇ ਠੋਸ ਚਾਨਣ ਨੇ ਇੱਕ ਹੀ ਝਟਕੇ ਨਾਲ ਹਨੇਰੇ ਦੀ ਜੰਜ਼ੀਰ ਕੜੀ ਕੜੀ ਕਰਕੇ ਰੱਖ ਦਿੱਤੀ। ਸ਼ਕੁੰਤਲਾ ਨੌਕਰ ਮੁੰਡੇ ਤੋਂ ਥੋੜੀ ਢਿੱਲੀ ਸੁਣ ਕੇ ਖਬਰ ਨੂੰ ਆਈ। ਮਾਲਣ ਨੇ ਉਸ ਨੂੰ ਆਉਂਦੀ ਵੇਖ ਰੋਣ ਥੰਮ ਲਿਆ ਤੇ ਆਪਣੀ ਹਾਲਤ ਨੂੰ ਸਾਵੀਂ ਕਰਨ ਦੀ ਕੋਸ਼ਿਸ਼ ਕੀਤੀ। ਸ਼ਕੁੰਤਲਾ ਬਿਮਾਰੀ ਦੀਆਂ ਅਲਾਮਤਾਂ ਸੁਣ ਕੇ ਮੁਸਕਰਾਈ ਤੇ ਉਸ ਨੂੰ ਮੋਢਿਆਂ ਤੋਂ ਖਲੋਣ ਦੀ ਬੋਲੀ, ਬਸ ਹੁਣ ਤੂੰ ਦਿਨ ਗਿਣਨੇ ਸ਼ੁਰੂ ਕਰ ਦੇ। ਠੀਕ ਇਹ ਬਿਮਾਰੀ ਮਾਲਣ ਨੂੰ ਮਸੀਹਾ ਬਣ ਕੇ ਆਈ ਤੇ ਉਸ ਦੇ ਫਰਕ ਦੇ ਅੰਗਾਂ ਚੋਂ ਖੁਸ਼ੀ ਗੁਲਾਬ ਬਣ ਬਣ ਖਿੜ ਉੱਠੀ। ਸਿਪ 'ਚ ਆਏ ਮੋਤੀ ਦਾ ਜ਼ਿਕਰ ਉਸ ਬੂੜ ਕੋਲ ਜਾਣ ਕੇ ਨਾ ਕੀਤਾ, ਸਗੋਂ ਉਹ ਪਹਿਲੋਂ ਆਪੂ ਤਸੱਲੀ ਕਰਨਾ ਚਾਹੁੰਦੀ ਸੀ। ਪੂਰੇ 1.5 ਮਹੀਨੇ ਪਿੱਛੋਂ ਉਸ ਬੂੜ ਨੂੰ ਦੱਸ ਦਿੱਤਾ। ਉਸ ਦਾ ਖਿਆਲ ਸੀ ਕਿ ਉਹ ਖੁਸ਼ ਹੋਵੇਗਾ ਤੇ ਮੈਨੂੰ ਲਕਸ਼ਮੀ ਸਮਝਦਿਆਂ ਅਗਲੇ ਪਿਛਲੇ ਸਭ ਗਿਲੇ ਭੁਲਾ ਕੇ ਬਾਹਾਂ 'ਚ ਲੈ ਲਵੇਗਾ। ਮੈਂ ਨਗੂਣੀਆਂ ਸ਼ੱਕਾਂ ਤੋਂ ਹਮੇਸ਼ਾ ਹਮੇਸ਼ਾ ਲਈ ਛੁੱਟ ਜਾਵਾਂਗੀ। ਪਰ ਖੁਸ਼ਖਬਰੀ ਸੁਣ ਕੇ ਬੂੜ ਪੀੜਾ ਪੈ ਗਿਆ। ਉਹ ਸੋਚਿਆ, ਤਦ ਮੇਰੇ ਇਰਾਦਿਆਂ ਅੱਗੇ ਇੱਕ ਹੋਰ ਕੰਧ ਆ ਖਲੋਤੀ। ਉਹ ਕੁਝ ਨਾ ਬੋਲਿਆ ਤੇ ਦਫ਼ਤਰ ਚਲਾ ਗਿਆ। ਮਾਲਣ ਹੋਰ ਉਦਾਸ ਪੈ ਗਈ। ਰੱਬ ਜਾਣੇ ਕੀ ਕਰਮ ਮਾੜੇ ਕੀਤੇ ਐ। ਖੁਸ਼ੀ ਦੀ ਘੜੀ ਵੀ ਸੁਣਾਉਣੀ ਬਣ ਕੇ ਮਿਲਦੀ ਹੈ। ਇੱਕ ਹਫ਼ਤੇ ਪਿੱਛੋਂ ਬੂੜ ਨੇ ਉਸ ਨੂੰ 4 ਪੁੜੀਆਂ ਲਿਆ ਕੇ ਦਿੱਤੀਆਂ। ਇਹਨਾਂ ਨੂੰ ਗਰਮ ਪਾਣੀ ਨਾਲ ਆਥਣ ਸਵੇਰੇ ਕਰਕੇ ਲੈ ਲੈ, ਹਕੀਮ ਆਖਦਾ ਸੀ ਮੁੰਡਾ ਹੀ ਹੋਵੇਗਾ। ਜਦ ਮਾਲਣ ਨੇ ਪਹਿਲੀ ਪੁੜੀ ਲਈ 2-3 ਘੰਟੇ ਪਿੱਛੋਂ ਦਰਦ ਸ਼ੁਰੂ ਹੋ ਗਿਆ। ਸ਼ਕੁੰਤਲਾ ਨੇ ਉਸ ਦਾ ਹੌਲੀ ਹੌਲੀ ਪੇਟ ਮਲ ਦਿੱਤਾ, ਪਰ ਉਸ ਦਾ ਅੰਦਰ ਆਥਣ ਤੱਕ ਚਸਕਦਾ ਹੀ ਰਿਹਾ। ਉਹ ਪੁੜੀਆਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਗਈ। ਉਸ ਦੇ ਦਿਮਾਗ 'ਚ ਹੀ ਨਹੀਂ ਆਇਆ ਕਿ ਬੂੜ ਸਿੰਘ ਜਿਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਥ ਨਿਭਾਉਣ ਖਾਤਰ ਬਰਾਬਰ ਮੱਥਾ ਟੇਕਿਆ ਸੀ, ਇੰਨਾ ਬੇਤਰਸ ਤੇ ਕਮੀਨਾ ਵੀ ਹੋਵੇਗਾ। 2 ਦਿਨਾਂ ਪਿੱਛੋਂ ਜਦ ਆਸ ਮੁਤਾਬਕ ਕੋਈ ਘਟਨਾ ਨਾ ਵਾਪਰੀ, ਬੂੜ ਨੂੰ ਸ਼ੱਕ ਪੈ ਗਈ। ਪੁੜੀਆਂ ਖਾਧੀਆਂ ਕਿ ਨਹੀਂ? ਬੂੜ ਸਿੰਘ ਦੀਆਂ ਭਾਵੁਕ ਨਜ਼ਰਾਂ ਮਾਲਣ ਦੇ ਚਿਹਰੇ ਤੋਂ ਧੁਰ ਅੰਦਰ ਦੀ ਪੜਤਾਲ ਕਰ ਰਹੀਆਂ ਸਨ। ਮਾਲਣ ਨੂੰ ਇਉਂ ਜਾਪਿਆ ਜਿਵੇਂ ਪੁੱਛ ਰਿਹਾ ਹੈ, ਕਤਲ ਹੋ ਗਿਆ ਕਿ ਨਹੀਂ। ਬਾਹਰੋਂ ਦਿੱਤਾ ਦਰਦ ਉਸ ਦੇ ਅੰਦਰ ਨੂੰ ਲਰਜ਼ਾਈ ਜਾ ਰਿਹਾ ਸੀ। ਪਲਕੂ ਅੱਖਾਂ ਚੁੱਕ ਕੇ ਉਸ ਨੀਵੀਂ ਪਾ ਲਈ। ਸੱਚਾਈ ਉਸ ਨੂੰ ਦੋਸ਼ੀ ਬਣਾ ਕੇ ਧੌਣੋਂ ਫੜਾਈ ਬੈਠੀ ਸੀ। ਬੂੜ ਸਿੰਘ ਬੂਟ ਜ਼ਮੀਨ ਤੇ ਮਾਰਦਿਆਂ ਨਾਸਾਂ ਚੋਂ ਖੂਹ ਕਰਕੇ ਸਾਹ ਫੁਕਾਰਦਿਆਂ ਬਾਹਰ ਨਿਕਲ ਗਿਆ। ਬਲਾ ਫਿਰ ਟਲ ਗਈ ਤੇ ਕੁਦਰਤ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ। ਜ਼ੋਰ ਜ਼ਬਰ ਦੀ ਟੱਕਰ ਵਿੱਚ ਜ਼ਿੰਦਗੀ ਤੇ ਉਸ ਦੀ ਪੱਤ ਸੱਚਾਈ ਥਾਂ ਥਾਂ ਜ਼ਖਮੀ 1000 ਵਾਰ ਹੋਈਆਂ, ਪਰ ਕੋਈ ਨਾਦਰ ਇਹਨਾਂ ਨੂੰ ਕਤਲ ਨਹੀਂ ਕਰ ਸਕਿਆ ਤੇ ਜਿਉਣ ਦੀ ਇਸ ਕੁਦਰਤੀ ਲੀਹ ਨੂੰ ਕੋਈ ਹੰਸਿਆਰਾ ਤੋੜ ਨਹੀਂ ਸਕਿਆ। ਮਾਲਣ ਦੀ ਆਸ ਦੇ ਉਲਟ ਉਸ ਨੂੰ ਦੀਪੋ ਭਰਜਾਈ ਨੇ ਸਕੀਆਂ ਭੈਣਾਂ ਵਾਂਗ ਸਾਂਭਿਆ। ਉਸ ਦੇ ਭਰਾ ਗੁਲਜ਼ਾਰੇ ਨੂੰ ਇੱਕ ਭੈਣ ਦਾ ਬੋਝ ਕੋਈ ਔਖਿਆਈ ਨਹੀਂ ਸੀ ਜਾਪਿਆ। ਵਿਆਹੀ ਵਰੀ ਕੁੜੀ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਸਮੇਂ ਵੀ ਆਉਂਦੇ ਹਨ ਜਦ ਉਹ ਸੁਖਿਆਰੇ ਪੇਕਿਆਂ ਦੀ ਥਾਂ ਸਹੁਰਿਆਂ ਨੂੰ ਤਰਜੀਹ ਦਿੰਦੀ ਹੈ, ਪਰ ਮਾਲਣ ਲਈ ਉਹ ਚਾਅ ਮਲਹਾਰਾਂ ਭਰੇ ਰੰਗਲੇ ਦਿਹਾੜੇ ਕਦੋਂ ਦੇ ਬੀਤ ਚੁੱਕੇ ਸਨ। ਹੁਣ ਇਹ ਹਾਲਤ ਸੀ ਕਿ ਉਹ ਸਹੁਰਿਆਂ ਤੋਂ ਅੱਖਾਂ ਮੀਟ ਲੈਣਾ ਚਾਹੁੰਦੀ ਸੀ। ਭਾਬੀ ਉਸ ਨੂੰ ਖੁਸ਼ ਰੱਖਣ ਦੇ ਬੜੇ ਯਤਨ ਕਰਦੀ, ਪਰ ਜ਼ਿੰਦਗੀ ਇੱਕ ਲੰਮੀ ਪਤਝੜ ਹੋ ਕੇ ਰਹਿ ਗਈ ਸੀ, ਜਿਸ ਦੀ ਬਹਾਰ ਲਗਰਾਂ ਤੋਂ ਲੈ ਕੇ ਮੁੱਢ ਤੱਕ ਸੂਤ ਲਈ ਗਈ ਸੀ। ਜੜ ਦਾ ਵਿਕਾਸ ਜ਼ਰੂਰ ਕਾਇਮ ਸੀ, ਜਿਸ ਨੇ ਜ਼ੋਰ ਝੰਝਾੜੇ ਨਾਲ ਇੱਕ ਕੋਂਪਲ ਨੂੰ ਧਰਤੀ ਤੋਂ ਬਾਹਰ ਉਗਲਛ ਦਿੱਤਾ। ਮਾਲਣ ਕੋਲ ਬੱਚੀ ਸੀ। ਇਸ ਖਬਰ ਨਾਲ ਜ਼ਿਲ੍ਹੇਦਾਰ ਬੂੜ ਸਿੰਘ ਸੜ ਬਲ ਕੇ ਕਾਲੇ ਤੋਂ ਲਾਖਾ ਹੋ ਗਿਆ। ਮਾਲਣ ਦੀ ਖਬਰਸਾਰ ਲੈਣ ਦਾ ਉਸ ਲਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਮਾਲਣ ਨੂੰ ਲੈਣ ਵੀ ਨਾ ਆਇਆ। ਮਾਲਣ ਆਪ ਹੀ ਚੰਗਾ ਚੋਖਾ ਸ਼ੂਸ਼ਕ ਲੈ ਕੇ ਸਹੁਰੀ ਆ ਗਈ। ਉਸ ਅੰਦਰਲੀ ਵੇਦਨਾ ਨੂੰ ਲੁਕਾਉਂਦਿਆਂ ਭਾਬੇ ਨੂੰ ਸੁਣਾਇਆ ਸੀ ਕਿ ਛੋਟੇ ਗਹਿਣੇ ਤੇ ਮਾਮੂਲੀ ਕੱਪੜਿਆਂ ਨਾਲ ਨੱਕ ਨਹੀਂ ਰਹਿਣਾ। ਉਸ ਦਾ ਸਪਸ਼ਟ ਭਾਵ ਸੀ ਸਹੁਰੇ ਹੁਣ ਵੱਡੇ ਆਦਮੀ ਹੋ ਗਏ ਨੇ, ਪਰ ਅਸਲੀਅਤ ਇਹ ਸੀ ਕਿ ਉਹ ਕਿਸੇ ਵੀ ਕੀਮਤ ਤੇ ਸਹੁਰੇ ਘਰ ਆਪਣਾ ਸਥਾਨ ਚਾਹੁੰਦੀ ਸੀ, ਜਿਹੜਾ ਉਸ ਦੇ ਪੈਰਾਂ ਹੇਠੋਂ ਯਤਨਾਂ ਦੇ ਬਾਵਜੂਦ ਨਿਕਲਦਾ ਜਾ ਰਿਹਾ ਸੀ। ਉਸ ਦਾ ਸਹੁਰਾ ਉਸ ਨੂੰ ਬੂੜ ਸਿੰਘ ਕੋਲ ਛੱਡਣ ਆਇਆ। ਬਿਰਧ ਦੇ ਸਾਹਮਣੇ ਹੀ ਬੂੜ ਸਿੰਘ ਮਾਲਣ ਨੂੰ ਬੇਜਾ
ਕੌੜਾ ਫਿੱਕਾ ਬੋਲਿਆ। ਉਹ ਕਹਿ ਰਿਹਾ ਸੀ, ਕੁੜੀ ਨੂੰ ਜੰਮਦਿਆਂ ਸਾਰ ਮਾਰਿਆ ਕਿਉਂ ਨਹੀਂ? ਜੇ ਜੰਮਣਾ ਹੀ ਸੀ ਤਾਂ ਮੁੰਡਾ ਕਿਉਂ ਨਾ ਜਣਿਆ? ਦੋਨੋਂ ਵਾਰ ਉਸ ਕਿਉਂ ਤੇ ਪੂਰਾ ਜ਼ੋਰ ਦਿੱਤਾ। ਕੁੜੀ ਨੂੰ ਮਾਰਨਾ ਸੁਣ ਕੇ ਮਾਲਣ ਦੇ ਅੰਦਰੋਂ ਰੁੱਗ ਭਰਿਆ ਗਿਆ। ਉਸ ਕੁੜੀ ਨੂੰ ਇਸ ਤਰ੍ਹਾਂ ਛਾਤੀ ਨਾਲ ਚੰਬੋੜ ਲਿਆ ਜਿਵੇਂ ਉਹ ਹਰ ਖਤਰੇ ਤੋਂ ਬਚਾਉਣ ਲਈ ਅੰਦਰ ਪਾ ਲੈਣਾ ਚਾਹੁੰਦੀ ਸੀ, ਨਹੀਂ ਤਾਂ ਹੋ ਕੇ ਨਹਿਰ ਵਗਾ ਦਿੱਤੀ ਜਾਵੇਗੀ। ਬੂੜਾ ਮਾਲਣ ਲਈ ਲੱਖ ਭੈੜਾ ਤੇ ਦੁੱਖ ਦੇਣ ਵਾਲਾ ਪਤੀ ਸੀ, ਪਰ ਬੱਚੇ ਮਾਰਨਾ ਰਾਖਸ਼ ਉਸ ਕਦੇ ਨਹੀਂ ਸੀ ਸਮਝਿਆ। ਉਸ ਹਜ਼ਾਰਾਂ ਜ਼ਖਮਾਂ ਤੋਂ ਉੱਠੀਆਂ ਇੱਕ ਸਾਰ ਲੱਖਾਂ ਪੀੜਾਂ ਦੀ ਘੁੱਟ ਭਰ ਲਈ। ਔਰਤ ਵਿੱਚ ਜ਼ਬਤ ਦੀ ਸ਼ਕਤੀ ਭਲਾ ਦੁੱਖ ਦੇਣ ਵਾਲਾ ਕੀ ਜਾਣੇ। ਮਾਲਣ ਨੇ ਬਿਰਧ ਦੀ ਸਹਾਇਤਾ ਅਨੁਭਵ ਕਰਦਿਆਂ ਟੁੱਟਦੇ ਸ਼ਬਦਾਂ 'ਚ ਆਖਿਆ, ਰੱਬ ਦੀ ਦੇਣ ਅੱਗੇ ਆਪਾਂ ਭਲਾ ਕੀ ਕਰ ਸਕਦੇ ਹਾਂ। ਉਸ ਦੇ ਆਖਣ ਵਿੱਚ ਆਪਣਤ ਦਾ ਜਜ਼ਬਾ ਸੀ। ਤੈਨੂੰ ਜਨਨ ਨੂੰ ਕਿਸ ਭੜੂਏ ਨੇ ਕਿਹਾ ਸੀ? ਮਾਲਣ ਦੇ ਅਤ ਨਰਮ ਬੋਲ ਵੀ ਉਸ ਨੂੰ ਗਸੈਲਾ ਕਰਕੇ ਸਨ। ਇਸ ਦਾ ਮਾਲਣ ਕੀ ਜਵਾਬ ਦਿੰਦੀ ਜਦ ਉਹ ਇਹ ਗੱਲ ਆਖਦਿਆਂ ਖੁਸ਼ ਸ਼ਰਮਿੰਦਾ ਨਹੀਂ ਸੀ। ਬਿਰਧ ਠੰਡਿਆਂ ਪਾਉਣ ਲਈ ਰੱਬ ਤਰਸੀ 'ਚ ਬੋਲਿਆ, ਧੀਆਂ ਤਾਂ ਲੱਛਮੀਆਂ ਹੁੰਦੀਆਂ ਹਨ। ਰੱਬ ਜਾਣੇ ਅਸੀਂ ਕਿਸ ਜੀ ਦੇ ਭਾਗ ਦਾ ਖਾਰੇ ਆ। ਬਾਪੂ ਜੀ, ਬੂੜਾ ਬਿਰਧ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲ ਪਿਆ, ਮੈਂ ਵਿਆਹ ਹੋਰ ਕਰਵਾਉਣਾ ਏ, ਆਪਣੀ ਮਰਜ਼ੀ ਦਾ। ਸੁਣਿਆ? ਐਤਕੀ ਵਾਰ ਮਰਜ਼ੀ ਦਾ ਸ਼ਬਦ ਉੱਤੇ ਜ਼ੋਰ ਸੀ। ਉਸਦੇ ਮੱਥੇ ਦਾ ਉੱਭਰਿਆ ਤ੍ਰਿਸ਼ੂਲ ਮਾਲਣ ਦੀ ਛਾਤੀ 'ਚ ਆ ਖੁੱਭਾ, ਜਿੱਥੇ ਉਸਦੇ ਤੇ ਬੱਚੀ ਦੇ ਸਹਿਮੇ ਮਾਸੂਮ ਦਿਲ ਧੜਕੀ ਜਾ ਰਹੇ ਸਨ। ਬਿਰਧ ਬੂੜੇ ਦੀ ਆਖੀ ਗੱਲ ਪਾਣੀ ਵਾਂਗ ਪੀ ਗਿਆ। ਉਸ ਸਮੇਂ ਉਹ ਕਿਸੇ ਨੂੰ ਵੀ ਹਮਦਰਦੀ ਨਾ ਦੇ ਸਕਿਆ। ਨੂੰ ਆਗਿਆਕਾਰ ਸੀ ਤੇ ਉਸਦੇ ਵਿਸ਼ਵਾਸ ਅਨੁਸਾਰ ਭਾਗਾਂ ਵਾਲੀ ਸੀ। ਮੁੰਡੇ ਉੱਤੇ ਘਰ ਦੀ ਕਬੀਲਦਾਰੀ ਸਾਰੀ ਨਹੀਂ ਤਾਂ ਅੱਧਿਓਂ ਬਹੁਤੀ ਜ਼ਰੂਰ ਨਿਰਭਰ ਸੀ। ਮਾਲਣ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਦੂਜੇ ਵਿਆਹ ਪਿੱਛੋਂ ਮੈਂ ਇਸ ਘਰ ਦੀ ਨੌਕਰਾਣੀ ਵੀ ਨਹੀਂ ਰਹਿ ਸਕਦੀ। ਇਹ ਗੱਲ ਸੁਣਦਿਆਂ ਹੀ ਉਸਦੇ ਅੰਦਰਲਾ ਕੰਡੇਰਨਾ ਭੌ ਜਾਗ ਪਿਆ ਤੇ ਦਿਲ ਦਿਮਾਗ ਵਿਚਕਾਰ ਉਲਟ ਪੁਲਟ ਦੌੜਨ ਲੱਗ ਪਿਆ।